प्रभु का धन्यवाद होवे अज दे इस अच्छे समय के वास्ते। सो एक बार फिर प्रभु ने सानू ये मौका दिता कि असी प्रभु के वचनों को सीख सकीए, समझ सकीए। सो मेरे प्यारो, अज असी जिस गल के उपर ध्यान करन जा रहे हैं वो हैगा आ कि विश्वास विच आउण तो बाद भी असी क्यों परेशान हाँ, या प्रभु यस्सु नू अपना जीवन देने तो बाद भी अज असी परेशान क्यों हाँ। यह साडा अज का विषय रहूगा। सो शुरू करन तो पहला असी छोटी प्रार्थना करांगे, प्रार्थना दे नाल असी अगे वधांगे। प्यारे बाप, तेरा धन्नवाद करदे प्रभु जी अज दे इस अच्छे समय दे वास्ते। तुसीं सानू अज तक संभालिया, अज तक चलाया, तेरा शुक्र हो बाप। मौका दिता कि असी तुहाडी योजना नू समझीए, तेरे वचनां नू सिखीए प्रभु। तेरे उपकारां दे लई, तेरे प्यार दे लई धन्नवाद हो प्रभु। तुसीं साडी अगुवाई करो और जो तुहाडी इच्छा आ, तुहाडी योजना उसनू प्रगट करो। इस वीडियो के द्वारा खुदावन जिन्निया तक तेरी आवाज़ जाए, तेरे लोग आशीष पाउण और तेरा नाम महिमा पाए। यीशु मसीह के नाम ते मंगदे, आमीन आमीन, हालेलुया। सो मेरे प्यारो, आई विषा अपना विश्वास विच आउण तो बाद भी असी क्यों परेशान हाँ, या प्रभु यस्सु नू अपना जीवन देने तो बाद भी असी क्यों परेशान हाँ। यह है साडा अज दा विषा। सो वचन पढ़ांगे पहला शमूएल 17 अध्याय उहदा 1 तो लैके 11 वचन तक। सो इनू पहला पढ़ लवांगे पूरा, फिर स्टैप बाय स्टैप आपां अगे वधदे जावांगे। सो इहदे लिखिया कि हुण फिलिस्तियां ने लड़ाई दे लई अपने दलां नूं इकट्ठा कीता अते यहूदा दे शहर सोको विच इकट्ठे होए अते सको अते अजेका दे विचकार अफसदमीम विच डेरे लाए। शाऊल अते इजराइल दे लोकां ने भी इकट्ठे होके एलाह दी दून विच डेरे लाए अते लड़ाई दे लई फिलिस्तियां दे सामने पालां बन्नियां। एक पासे दे पहाड़ उत्ते फिलिस्ती खलोते सन अते दूजे पासे दे पहाड़ उत्ते इसराइली खलोते सन अते उन्हां दोहां दे विचाले एक खड्ड सी। उस वेले फिलिस्तियां दे डेरे विचों गाथी गोलियत नामे एक सूरमा मनुख निकलिया। ਉਹਦਾ कद 6 हत्थ अते 1 गिठ ਉੱਚਾ ਸੀ ਅਤੇ ਉਹਦੇ ਸਿਰ ਉੱਤੇ ਇੱਕ ਪਿੱਤਲ ਦਾ ਟੋਪ ਸੀ ਅਤੇ ਇੱਕ ਸੰਜੋ ਉਹਨੇ ਪਹਿਨੀ ਹੋਈ ਸੀ ਜੋ ਤੋਲ ਵਿੱਚ 1.5 ਮਣ ਪਿੱਤਲ ਦੀ ਸੀ ਅਤੇ ਉਹਦੀਆਂ ਦੋਹਾਂ ਲੱਤਾਂ ਉੱਤੇ ਪਿੱਤਲ ਦੇ ਕਵਚ ਸਨ ਅਤੇ ਉਹਦੇ ਦੋਹਾਂ ਮੋਢਿਆਂ ਦੇ ਵਿਚਕਾਰ ਪਿੱਤਲ ਦੀ ਬਰਛੀ ਸੀ ਅਤੇ ਉਹਦੇ ਬਰਛੇ ਦਾ ਡੰਡਾ ਜੁਲਾਹੇ ਦੀ ਤੁਰ ਵਰਗਾ ਸੀ ਅਤੇ ਉਹਦੇ ਬਰਛੇ ਦਾ ਫਲ 7.5 ਸੇਰ ਲੋਹੇ ਦਾ ਸੀ ਅਤੇ ਇੱਕ ਮਨੁੱਖ ਢਾਲ ਚੁੱਕ ਕੇ ਉਹਦੇ ਅੱਗੇ ਤੁਰਦਾ ਸੀ। ਸੋ ਉਹ ਨਿਕਲ ਕੇ ਖਲੋਤਾ ਅਤੇ ਇਜ਼ਰਾਈਲ ਦੇ ਦਲਾਂ ਵੱਲ ਉਹਨੇ ਪੁਕਾਰ ਕੇ ਆਖਿਆ, ਤੁਸਾਂ ਲੜਾਈ ਦੇ ਲਈ ਕਾਹਨੂੰ ਪਾਲ ਬੰਨੀ ਹੈ? ਭਲਾ ਮੈਂ ਫਿਲਿਸਤੀ ਨਹੀਂ ਅਤੇ ਤੁਸੀਂ ਸ਼ਾਊਲ ਦੇ ਟਹਿਲੂਏ ਨਹੀਂ। ਸੋ ਤੁਸੀਂ ਆਪਣੇ ਲਈ ਕਿਸੇ ਮਨੁੱਖ ਨੂੰ ਚੁਣੋ ਅਤੇ ਉਹ ਮੇਰੇ ਕੋਲ ਲੈ ਆਵੇ। ਜੇ ਕਦੀ ਉਹ ਮੇਰੇ ਨਾਲ ਲੜਨ ਜੋਗਾ ਹੋਵੇ ਅਤੇ ਮੈਨੂੰ ਮਾਰ ਲਵੇ ਤਾਂ ਅਸੀਂ ਤੁਹਾਡੇ ਗੁਲਾਮ ਬਣਾਂਗੇ। ਪਰ ਜੇ ਕਦੀ ਉਹਦੇ ਉੱਤੇ ਮੈਂ ਤਕੜਾ ਹੋਵਾਂ ਅਤੇ ਉਹਨੂੰ ਮਾਰ ਲਵਾਂ ਤਾਂ ਤੁਸੀਂ ਸਾਡੇ ਗੁਲਾਮ ਹੋਵੋਗੇ ਅਤੇ ਸਾਡੀ ਗੁਲਾਮੀ ਕਰੋਗੇ। ਫਿਰ ਉਹ ਫਿਲਿਸਤੀ ਬੋਲਿਆ, ਅੱਜ ਮੈਂ ਇਜ਼ਰਾਈਲ ਦੇ ਦਲਾਂ ਨੂੰ ਸ਼ਰਮਿੰਦਾ ਕਰਦਾ ਹਾਂ। ਮੇਰੇ ਲਈ ਕੋਈ ਮਨੁੱਖ ਠਹਿਰਾ ਲਓ ਜੋ ਅਸੀਂ ਆਪੋ ਵਿੱਚ ਯੁੱਧ ਕਰੀਏ। ਜਿਸ ਵੇਲੇ ਸ਼ਾਊਲ ਅਤੇ ਸਾਰੇ ਇਸਰਾਇਲ ਨੇ ਉਸ ਫਿਲਿਸਤੀ ਦੀਆਂ ਗੱਲਾਂ ਸੁਣੀਆਂ ਤਾਂ ਉਹ ਘਾਬਰੇ ਅਤੇ ਬਹੁਤ ਡਰ ਗਏ। ਹਾਲੇਲੂਇਆ। ਸੋ ਮੇਰੇ ਪਿਆਰੋ, ਇੱਧਰ ਅਸੀਂ ਇਹ ਘਟਨਾ ਪ੍ਰਭੂ ਦੇ ਆਤਮਾ ਨੇ ਕਿਉਂ ਵਚਨ ਦੇ ਵਿੱਚ ਲਿਖੀ ਹੈ, ਕਿਉਂ ਇਹ ਪੜ੍ਹੀ ਹੈ, ਕਿਉਂ ਪ੍ਰਭੂ ਦੇ ਆਤਮਾ ਨੇ ਇਸ ਘਟਨਾ ਨੂੰ ਲਿਖਾਇਆ ਪ੍ਰਭੂ ਦੇ ਵਚਨ ਦੇ ਵਿੱਚ। ਕਾਰਨ ਕੀ ਆ? ਕੁਛ ਸਿਖਾਉਣਾ ਚਾਹੁੰਦਾ ਹੈ ਪ੍ਰਭੂ ਸਾਨੂੰ, ਕੁਛ ਸਮਝਾਉਣਾ ਚਾਹੁੰਦਾ ਇਸ ਘਟਨਾ ਦੇ ਦੁਆਰਾ। ਆਮ ਜਦੋਂ ਅਸੀਂ ਪੜ੍ਹਦੇ ਤਾਂ ਅਸੀਂ ਪੜ੍ਹਾਂਗੇ ਬਾਈਬਲ ਦੇ ਵਿੱਚ ਤੇ ਲਿਖਿਆ ਹੈ ਕਿ ਲੜਾਈਆਂ ਦੀਆਂ ਘਟਨਾਵਾਂ, ਇੱਥੇ ਲੜਾਈ, ਉੱਥੇ ਲੜਾਈ, ਲੜਾਈਆਂ। ਲੇਕਿਨ ਇਹਦੇ ਦੁਆਰਾ ਪ੍ਰਭੂ ਸਾਨੂੰ ਕੁਛ ਸਿਖਾਉਣਾ ਚਾਹੁੰਦਾ ਆ, ਸਾਨੂੰ ਕੁਛ ਸਮਝਾਉਣਾ ਚਾਹੁੰਦਾ, ਕੁਛ ਆਤਮਿਕ ਵਿਸ਼ੇ ਇਹਨਾਂ ਚੀਜ਼ਾਂ 'ਚੋਂ ਅਸੀਂ ਸਿੱਖਦੇ। ਸੋ ਦੋ ਦਲ ਆਮੋ ਸਾਹਮਣੇ ਖੜੇ ਆ, ਇੱਕ ਫਿਲਿਸਤੀਆਂ ਦਾ ਔਰ ਦੂਸਰਾ ਇਸਰਾਏਲੀਆਂ ਦਾ। ਇੱਕ ਫਿਲਿਸਤੀ ਆ ਕੇ ਇਸਰਾਇਲ ਨੂੰ ਲਲਕਾਰ ਰਿਹਾ ਔਰ ਅਸੀਂ ਪੜ੍ਹਦੇ ਵਕਤ ਕੀ ਦੇਖਿਆ ਕਿ ਸਾਰੇ ਡਰ ਗਏ। ਇਸਰਾਇਲੀ ਲੋਕ ਜਿੰਨੇ ਵੀ ਕੀ ਆ ਉਹਦੀ ਲਲਕਾਰ ਤੋਂ ਡਰ ਗਏ। ਆਖਰੀ ਵਚਨ ਅਸੀਂ 11 ਪੜ੍ਹ ਰਹੇ ਹਾਂ, ਉਹ ਘਾਬਰੇ ਅਤੇ ਬਹੁਤ ਡਰ ਗਏ। ਇੱਕ ਵਿਅਕਤੀ ਆ ਕੇ ਲਲਕਾਰਦਾ ਪਿਆ ਔਰ ਪਰਮੇਸ਼ਰ ਦੀ ਨਿਜ ਪ੍ਰਜਾ ਦੇ ਲੋਕ ਘਾਬਰ ਗਏ ਔਰ ਬਹੁਤ ਡਰ ਗਏ।
ਪਰਮੇਸ਼ਰ ਦੀ ਨਿਜ ਪ੍ਰਜਾ ਇਸਰਾਏਲ ਆ। ਸੋ ਇਧਰ ਕੀ ਹੋ ਰਿਹਾ ਆ, ਸਾਰੇ ਡਰ ਗਏ ਆ। ਤੇ ਇਸ ਅਧਿਆਏ ਵਿੱਚ ਅਸੀਂ 3 ਵਿਅਕਤੀਆਂ ਨੂੰ ਦੇਖਦੇ ਪਏ। ਜਦੋਂ ਅਸੀਂ ਇਹਨੂੰ ਪੜਾਂਗੇ ਸਟੈਪ ਬਾय ਸਟੈਪ ਅੱਗੇ ਅੱਗੇ ਜਾਵਾਂਗੇ। ਇੱਧਰ 3 ਵਿਅਕਤੀ ਆ। ਨੰਬਰ 1 ਸ਼ਾਉਲ, ਨੰਬਰ 2 ਗੋਲੀਅਤ ਔਰ ਨੰਬਰ 3 ਦਾਊਦ। ਜਦੋਂ ਅਸੀਂ ਅੱਗੇ ਵਧਾਂਗੇ, ਇਹਨੂੰ ਸਮਝਾਂਗੇ, ਅਸੀਂ ਇਹਨਾਂ ਤਿੰਨਾਂ ਦੀ ਸੋਚ ਨੂੰ ਵੀ ਦੇਖਣਾ। ਤਿੰਨਾਂ ਦੀ ਇਸ ਘਟਨਾ ਦੇ ਵਿੱਚ ਸੋਚ ਕੀ, ਸ਼ਾਉਲ ਦੀ ਕੀ ਆ, ਗੋਲੀਅਤ ਦੀ ਕੀ ਆ ਔਰ ਦਾਊਦ ਦੀ ਕੀ। ਇਸ ਹਾਲਾਤ ਵਿੱਚ ਸੋਚ ਤੋਂ ਹੀ ਸਮਝ ਆ ਜਾਂਦਾ ਕਿ ਕਿਹਦੇ ਉੱਪਰੋਂ ਹਜ਼ੂਰੀ ਹਟ ਚੁੱਕੀ ਆ ਔਰ ਕਿਹਦੇ ਨਾਲ ਹਜ਼ੂਰੀ ਹੈ। ਸੋਚ ਦੇ ਦੁਆਰਾ ਹੀ ਪਤਾ ਸਾਨੂੰ ਲੱਗ ਜਾਂਦਾ ਹੈ ਸੋਚ ਕੀ ਆ। ਇਸ ਲਈ ਅਸੀਂ ਵੀ ਜਦੋਂ ਪ੍ਰਭੂ ਦੇ ਵਿੱਚ ਚੱਲਦੇ ਹਾਂ, ਆਪਣਾ ਜੀਵਨ ਜਦੋਂ ਸੌਂਪ ਕੇ ਚੱਲ ਰਹੇ ਹਾਂ, ਹਾਲਾਤ ਜਦੋਂ ਆਉਂਦੇ, ਹਾਲਾਤਾਂ ਦੇ ਵਿੱਚ ਸਾਡੀ ਸੋਚ ਕੀ ਆ, ਉਹ ਸੋਚ ਹੀ ਦੱਸ ਦਿੰਦੀ ਆ ਕਿ ਹਜ਼ੂਰੀ ਹੈ ਜਾਂ ਹਜ਼ੂਰੀ ਨਹੀਂ ਆ। ਸੋ ਇੱਧਰ ਤਿੰਨਾਂ ਦੀ ਸੋਚ ਅਸੀਂ ਦੇਖਣੀ ਆ। ਅਸੀਂ ਹੁਣ ਸਾਡੇ ਸਾਹਮਣੇ ਇਹ ਗੋਲੀਅਤ, ਇੱਧਰ ਇਸਰਾਇਲ ਦੇ ਸਾਹਮਣੇ ਜਦੋਂ ਗੋਲੀਅਤ ਆਇਆ ਤੇ ਸਾਰਾ ਇਸਰਾਇਲ ਡਰ ਗਿਆ, ਲਲਕਾਰ ਰਿਹਾ, ਘਾਬਰ ਗਏ, ਬਹੁਤ ਡਰ ਗਏ। ਅੱਜ ਸਾਡੇ ਸਾਹਮਣੇ ਗੋਲੀਅਤ ਕੌਣ ਆ? ਸਾਡੇ ਸਾਹਮਣੇ ਅੱਜ ਗੋਲੀਅਤ ਅੱਜ ਸਾਡੇ ਸਾਹਮਣੇ ਵੀ ਹੁੰਦਾ, ਪਰ ਉਹ ਗੋਲੀਅਤ ਕੌਣ ਆ? ਉਹ ਆ ਸਾਡੇ ਜੀਵਨ 'ਚ ਆਉਣ ਵਾਲੀਆਂ ਸਮੱਸਿਆਵਾਂ, ਦੁੱਖ, ਪਰੇਸ਼ਾਨੀਆਂ, ਮੁਸੀਬਤਾਂ। ਜਦੋਂ ਇਹ ਸਾਡੇ ਜੀਵਨ ਦੇ ਵਿੱਚ ਆਉਂਦੀਆਂ ਤੇ ਅਸੀਂ ਵੀ ਪ੍ਰਭੂ ਨੂੰ ਆਪਣਾ ਜੀਵਨ ਸੌਂਪੇ ਹੋਏ ਲੋਕ ਡਰ ਜਾਂਦੇ, ਘਬਰਾ ਜਾਂਦੇ, ਨਿਰਾਸ਼ ਹੋ ਕੇ ਬੈਠ ਜਾਂਦੇ, ਬੜੇ ਦੁਖੀ ਹੋ ਜਾਂਦੇ, ਚਿਹਰਿਆਂ ਤੋਂ ਸਮਝ ਆ ਜਾਂਦਾ, ਹਾਲਾਤ ਦੇਖ ਕੇ ਘਬਰਾ ਜਾਂਦੇ। ਮੇਰੇ ਪਿਆਰੋ, ਹਾਲਾਤ ਦੇਖ ਕੇ, ਦੁੱਖ ਪਰੇਸ਼ਾਨੀ ਦੇਖ ਕੇ, ਮੁਸੀਬਤਾਂ ਦੇਖ ਕੇ ਅਸੀਂ ਘਬਰਾਉਣਾ ਨਹੀਂ ਹੈ, ਬਲਕਿ ਇਹ ਦੇਖਣਾ ਕਿ ਮੁਸੀਬਤ ਨਹੀਂ ਆਈ, ਸਾਡੇ ਸਾਹਮਣੇ ਕੌਣ ਆ ਗਿਆ ਭਲਾ? ਚੁਣੌਤੀ ਆਈ, ਜਾਂ ਕਹਿ ਲਓ ਚੈਲੰਜ ਆ ਗਿਆ ਸਾਡੇ ਅੱਗੇ। ਅਗਰ ਚੈਲੰਜ ਨੂੰ, ਚੁਣੌਤੀ ਨੂੰ ਦੁੱਖ ਮੁਸੀਬਤ ਕਰਕੇ ਦੇਖੋਗੇ, ਹਾਲਾਤ ਬੁਰਾ ਕਰਕੇ ਦੇਖੋਗੇ ਤਾਂ ਸਾਨੂੰ ਡਰ ਆਊਗਾ। ਪਰ ਜਦੋਂ ਇਹ ਸਮਝੋਗੇ ਕਿ ਮੇਰੇ ਸਾਹਮਣੇ ਚੁਣੌਤੀ ਆ ਗਈ ਹੈ, ਮੇਰੇ ਸਾਹਮਣੇ ਚੈਲੰਜ ਆ ਗਿਆ, ਫਿਰ ਸਾਹਮਣਾ ਕਰਨ ਦਾ ਕੀ ਹੁੰਦਾ? ਸਾਡੇ ਅੰਦਰ ਬਲ ਹੁੰਦਾ। ਪਰ ਅੱਜ ਕੀ ਹੁੰਦਾ? ਅੱਜ ਅਸੀਂ ਇਹ ਦੇਖ ਲੈਂਦੇ ਸਮੱਸਿਆ ਆ ਗਈ ਤੇ ਘਬਰਾ ਜਾਂਦੇ, ਇਹ ਨਹੀਂ ਦੇਖਦੇ ਕਿ ਸਾਡੇ ਨਾਲ ਕੌਣ। ਇਸ ਲਈ ਮੇਰੇ ਪਿਆਰੋ, ਧਿਆਨ ਰੱਖਣਾ, ਅਸੀਂ ਸਾਡੇ ਸਾਹਮਣੇ ਆਈ ਹੋਈ ਦੁੱਖ, ਪਰੇਸ਼ਾਨੀ, ਮੁਸੀਬਤ ਨੂੰ ਨਹੀਂ ਦੇਖਣਾ, ਨਿਰਾਸ਼। ਆਪਣਾ ਵਿਸ਼ਾ ਵੀ ਕੀ ਆ? ਪ੍ਰਭੂ ਵਿੱਚ ਆਉਣ ਤੋਂ ਬਾਅਦ ਵੀ ਅੱਜ ਅਸੀਂ ਕਿਉਂ ਪਰੇਸ਼ਾਨ ਹਾਂ, ਕਿਉਂ ਦੁਖੀ ਹੋ ਜਾਂਦੇ? ਪ੍ਰਭੂ ਨੂੰ ਜੀਵਨ ਦੇਣ ਤੋਂ ਬਾਅਦ ਵੀ ਕਿਉਂ ਪਰੇਸ਼ਾਨ ਹਾਂ ਅਸੀਂ? ਕਿਉਂ ਇਦਾਂ ਹੋ ਜਾਂਦਾ? ਕਿਉਂਕਿ ਅਸੀਂ ਜਿਹੜਾ ਨਾਲ ਸਾਡੇ ਉਹਨੂੰ ਨਹੀਂ ਦੇਖਦੇ, ਜਿਹੜਾ ਸਾਡੇ ਸਾਹਮਣੇ ਆ ਅਸੀਂ ਉਹਨੂੰ ਦੇਖਣ ਲੱਗ ਪਏ ਨੇ। ਇਸ ਕਰਕੇ ਦੁੱਖ, ਪਰੇਸ਼ਾਨੀ, ਮੁਸੀਬਤ ਨੂੰ ਨਹੀਂ ਦੇਖਣਾ। ਜੇ ਆਇਆ ਸਾਹਮਣੇ ਤੇ ਇਸ ਪ੍ਰਕਾਰ ਦੇਖੋ ਕਿ ਇਹ ਚੈਲੰਜ ਆ, ਇਹ ਮੇਰੇ ਅੱਗੇ ਚੁਣੌਤੀ ਆ ਗਈ ਤੇ ਮੈਂ ਇਹਦਾ ਸਾਹਮਣਾ ਕਰਨਾ। ਔਰ ਵਚਨ 'ਚ ਲਿਖਿਆ ਵੀ ਆ, ਸ਼ੈਤਾਨ ਦਾ ਸਾਹਮਣਾ ਕਰੋ ਤੇ ਉਹ ਭੱਜ ਜਾਂਦਾ। ਹਾਲਾਤਾਂ ਦਾ ਸਾਹਮਣਾ ਕਰੋ, ਹਾਲਾਤਾਂ ਤੇ ਜੈਵੰਤ ਹੋਵੋ। ਪ੍ਰਭੂ ਨੇ ਸਾਨੂੰ ਬਲ ਦਿੱਤਾ, ਸਾਡਾ ਪ੍ਰਭੂ ਸਾਡੇ ਨਾਲ ਹੈ। ਇਸ ਲਈ ਸਾਨੂੰ ਕਿਸੇ ਗੱਲ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਜਿਸ ਤਰ੍ਹਾਂ ਰੋਮੀਓ 8 ਉਹਦਾ 28 ਵਚਨ 'ਚ ਲਿਖਿਆ ਵੀ ਹੋਇਆ ਕਿ ਸਾਰੀਆਂ ਗੱਲਾਂ ਮਿਲ ਕੇ ਸਾਡੇ ਲਈ ਭਲਾਈ ਨੂੰ ਉਤਪੰਨ ਕਰਦੀਆਂ ਜਾਂ ਪੈਦਾ ਕਰਦੀਆਂ। ਇਸ ਲਈ ਸਾਡੇ ਜੀਵਨ 'ਚ ਕੋਈ ਵੀ ਹਾਲਾਤ, ਕੋਈ ਵੀ ਪਰਿਸਥਿਤੀ, ਕੋਈ ਵੀ ਦੁੱਖ ਪਰੇਸ਼ਾਨੀ ਅਗਰ ਆਈ ਆ, ਪ੍ਰਭੂ ਸਾਨੂੰ ਕੁਝ ਸਿਖਾਉਣਾ ਚਾਹੁੰਦਾ, ਸਾਨੂੰ ਕੁਝ ਸਮਝਾਉਣਾ ਚਾਹੁੰਦਾ। ਇੱਧਰ ਇਸ ਅਧਿਆਇ ਨੂੰ ਜਦੋਂ ਅਸੀਂ ਪੜ੍ਹ ਰਹੇ ਹਾਂ 11 ਵਚਨ ਤੱਕ, ਇੱਧਰ ਪ੍ਰਭੂ ਇਸਰਾਇਲ ਨੂੰ ਵੀ ਕੁਝ ਸਿਖਾਉਣਾ ਚਾਹੁੰਦਾ ਔਰ ਇਹਦੇ ਦੁਆਰਾ ਸਾਨੂੰ ਵੀ ਕੁਝ ਸਮਝਾ ਰਿਹਾ। ਇਹ ਕਿਉਂ ਹੋ ਰਿਹਾ? ਸਾਡੇ ਜੀਵਨ ਦੇ ਵਿੱਚ ਵੀ ਜਦੋਂ ਬੁਰੇ ਹਾਲਾਤ ਆ, ਕਸ਼ਟ, ਪਰੇਸ਼ਾਨੀਆਂ, ਮੁਸੀਬਤਾਂ, ਦੁੱਖ ਆ, ਹਰ ਵਕਤ ਹੀ ਨਿਰਾਸ਼ਾ, ਮੇਰੇ ਪਿਆਰੋ, ਸਾਨੂੰ ਕੁਝ ਸਮਝਣਾ ਪੈਣਾ। ਉਹ ਸਾਨੂੰ ਕੁਝ ਸਮਝਾਉਣਾ ਚਾਹੁੰਦਾ, ਸਾਨੂੰ ਕੁਝ ਸਿਖਾਉਣਾ ਚਾਹੁੰਦਾ। ਅਸੀਂ ਸਮਝਣ ਦੀ ਬਜਾਏ, ਅਸੀਂ ਸਿੱਖਣ ਦੀ ਬਜਾਏ ਕੀ ਹੁੰਦੇ ਆ? ਹਾਲਾਤ ਤੋਂ ਭੱਜਦੇ ਹਾਂ, ਪਰਿਸਥਿਤੀਆਂ ਤੋਂ ਭੱਜਦੇ ਹਾਂ, ਦੁੱਖਾਂ ਤੋਂ ਭੱਜਦੇ ਹਾਂ। ਬਲਕਿ ਕਰਨਾ ਕੀ ਆ? ਪ੍ਰਭੂ ਦੇ ਚਰਨਾਂ 'ਚ ਬੈਠਣਾ। ਪ੍ਰਭੂ, ਇਹ ਮਾਹੌਲ ਮੇਰੇ ਸਾਹਮਣੇ ਕਿਉਂ ਆ? ਪ੍ਰਭੂ, ਇਹ ਮੁਸੀਬਤ ਮੇਰੇ ਸਾਹਮਣੇ ਕਿਉਂ ਆ? ਮੈਂ ਕਿੱਥੋਂ ਗਲਤ ਆ? ਤੁਸੀਂ ਮੈਨੂੰ ਕੀ ਸਮਝਾਉਣਾ ਚਾਹੁੰਦੇ? ਮੈਨੂੰ ਕੀ ਸਿਖਾਉਣਾ ਚਾਹੁੰਦੇ? ਮੈਨੂੰ ਸਮਝ ਨਹੀਂ ਆ ਰਿਹਾ। ਇਹ ਗੱਲ ਕਰਨ ਦੀ ਬਜਾਏ ਅਸੀਂ ਹਾਲਾਤ ਠੀਕ ਕਰਨ ਲਈ ਭੱਜਦੇ। ਹਾਲਾਤ ਠੀਕ ਕਰਨ ਲਈ ਭੱਜ ਕੇ ਆਪਣਾ ਸਮੇਂ ਨੂੰ ਬਰਬਾਦ ਨਹੀਂ ਕਰਨਾ। ਕਰਨਾ ਕੀ ਹੈ? ਜਦੋਂ ਸਾਡੇ ਜੀਵਨ 'ਚ ਐਸੀਆਂ ਪਰਿਸਥਿਤੀਆਂ, ਜਦੋਂ ਸਾਨੂੰ ਕੁਝ ਸਮਝ ਨਹੀਂ ਆਉਂਦਾ, ਅਸੀਂ ਆਪਣੇ ਪ੍ਰਭੂ ਦੇ ਚਰਨਾਂ ਦੇ ਵਿੱਚ ਬੈਠਣਾ, ਪ੍ਰਭੂ ਦੇ ਅੱਗੇ ਬੇਨਤੀ ਕਰਨੀ ਆ ਔਰ ਪ੍ਰਭੂ ਨੂੰ ਕਹਿਣਾ ਕਿ ਪ੍ਰਭੂ, ਮੈਂ ਕਿੱਥੋਂ ਗਲਤ ਹਾਂ, ਤੁਸੀਂ ਮੈਨੂੰ ਕੀ ਸਮਝਾਉਣਾ ਚਾਹੁੰਦੇ? ਕਿਉਂਕਿ ਉਹ ਸਾਡਾ ਪਿਤਾ ਆ। ਆਮ ਤੌਰ 'ਤੇ ਜਦੋਂ ਕੋਈ ਬੱਚਾ ਕੁਝ ਗਲਤੀ ਕਰਦਾ ਤੇ ਬਾਪ ਸਜ਼ਾ ਦਿੰਦਾ। ਇਸੇ ਪ੍ਰਕਾਰ ਜਦੋਂ ਅਸੀਂ
ਚਲਦੇ ਚਲਦੇ ਆਪਣੇ ਲਕਸ਼ ਤੋਂ ਜਾਂ ਆਪਣੇ ਟਰੈਕ ਤੋਂ ਹਟ ਜਾਂਦੇ, ਉਹ ਵੀ ਸਾਡਾ ਪਿਤਾ ਹੈ ਤੇ ਸਾਨੂੰ ਫਿਰ ਹਾਲਾਤਾਂ ਦੇ ਦੁਆਰਾ ਸਮਝਾਉਂਦਾ, ਕਸ਼ਟਾਂ ਦੇ ਦੁਆਰਾ, ਦੁੱਖਾਂ ਮੁਸੀਬਤਾਂ ਦੁਆਰਾ, ਜੀਵਨ 'ਚ ਔਖਿਆਈਆਂ ਲੈ ਕੇ ਸਾਨੂੰ ਸਮਝਾਉਂਦਾ ਹੈ ਕਿ ਤੂੰ ਉਖੜ ਗਿਆ ਤੇ ਵਾਪਸ ਟਰੈਕ ਤੇ ਆ ਜਾ। ਇਸ ਕਰਕੇ ਅਸੀਂ ਸਮਝਣ ਦੀ ਬਜਾਏ ਅਸੀਂ ਭੱਜਦੇ ਹਾਂ। ਮੇਰੇ ਪਿਆਰੋ, ਭੱਜਣਾ ਨਹੀਂ ਆ, ਸਮਝਣਾ। ਤੇ ਜੇ ਸਮਝਣਾ ਤੇ ਫਿਰ ਪ੍ਰਭੂ ਦੇ ਚਰਨਾਂ 'ਚ ਬੈਠਣਾ ਪੈਣਾ। ਤੇ ਬੜੀ ਅੱਜ ਹੈਰਾਨਗੀ ਵਾਲੀ ਗੱਲ ਆ, ਪ੍ਰਭੂ ਦੇ ਵਿੱਚ ਆਏ ਹੋਏ ਲੋਕ ਪ੍ਰਭੂ ਦੇ ਚਰਨਾਂ 'ਚ ਬੈਠ ਕੇ ਸਮਝਦੇ ਨਹੀਂ ਆ, ਬਲਕਿ ਭੱਜ ਦੌੜ ਕਰਕੇ ਆਪਣੇ ਹਾਲਾਤਾਂ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰਦੇ। ਉਹ ਫਿਰ ਜਿੰਨਾ ਭੱਜ ਦੌੜ ਕਰਦੇ ਓਨਾ ਹੀ ਹਾਲਾਤ ਹੋਰ ਵੱਧਦੇ ਜਾਂਦੇ, ਓਨਾ ਹੀ ਸਮੇਂ ਹੋਰ ਵੇਸਟ ਹੁੰਦਾ ਜਾਂਦਾ, ਖਰਾਬ ਹੁੰਦਾ ਜਾਂਦਾ, ਓਨਾ ਹੀ ਪ੍ਰਭੂ ਤੋਂ ਹੋਰ ਦੂਰ ਹੁੰਦੇ ਜਾਂਦੇ। ਇਸ ਲਈ ਭੱਜ ਦੌੜ ਕਰਨਾ ਨਹੀਂ ਵੈਸੇ ਚੰਗਾ ਆ ਪ੍ਰਭੂ ਦੇ ਚਰਨਾਂ 'ਚ ਬਹਿ ਜਾਓ। ਚਰਨਾਂ 'ਚ ਬੈਠੋਗੇ, ਹਜ਼ੂਰੀ ਪਾਓਗੇ, ਪ੍ਰਭੂ ਦੀ ਇੱਛਾ ਨੂੰ ਸਮਝੋਗੇ, ਜੋ ਹਾਲਾਤ ਆਇਆ ਉਹ ਕਿਉਂ ਆਇਆ ਉਹਨੂੰ ਸਮਝ ਪਾਓਗੇ। ਅਗਰ ਇਹ ਚੀਜ਼ਾਂ ਰਹੀਆਂ, ਭੱਜਦੇ ਰਵਾਂਗੇ ਤੇ ਪਰਿਸਥਿਤੀਆਂ ਵੱਧਦੀਆਂ ਰਹੂਗੀਆਂ। ਇਸ ਲਈ ਮੇਰੇ ਪਿਆਰੋ, ਅਸੀਂ ਕੀ ਕਰਨਾ? ਜਦੋਂ ਸਾਡੇ ਸਾਹਮਣੇ ਦੁੱਖ ਪਰੇਸ਼ਾਨੀ ਕੋਈ ਮੁਸੀਬਤ ਆਈ ਹੈ, ਅਸੀਂ ਇਹ ਨਹੀਂ ਸਮਝਣਾ ਕਿ ਦੁੱਖ ਪਰੇਸ਼ਾਨੀ ਮੁਸੀਬਤ ਆ ਗਈ, ਬਲਕਿ ਇਹ ਸਮਝਣਾ ਕਿ ਮੇਰੇ ਸਾਹਮਣੇ ਚੈਲੰਜ ਆਇਆ, ਮੇਰੇ ਸਾਹਮਣੇ ਚੁਣੌਤੀ ਆਈ ਹੈ, ਜਾਂ ਕਹਿ ਲਓ ਕਿ ਗੋਲੀਅਤ ਆ ਗਿਆ, ਹੁਣ ਮੈਂ ਇਹਦਾ ਸਾਹਮਣਾ ਕਰਨਾ, ਡਰਨਾ ਨਹੀਂ ਹੈ। ਹਾਲੇਲੂਇਆ। ਸੋ ਇੱਧਰ ਅਸੀਂ ਅੱਗੇ ਦੇਖਦੇ ਹਾਂ, ਇਹਦਾ ਪਹਿਲਾ ਸ਼ਮੂਏਲ 17 ਦੇ 1 ਤੋਂ 11 ਦੇਖ ਲਿਆ, ਥੋੜ੍ਹਾ ਵਿੱਚ ਹੀ ਇਹਦੇ 5 ਤੋਂ 7 ਇੱਕ ਵਾਰ ਫਿਰ ਮੈਂ ਪੜ੍ਹਦਾ, ਉਹਦੇ ਵਿੱਚੋਂ ਵੀ ਸਮਝਦੇ ਹਾਂ। ਸੋ ਇੱਧਰ ਕੀ ਆ, ਅਤੇ ਉਹਦੇ ਸਿਰ ਉੱਤੇ ਇੱਕ ਪਿੱਤਲ ਦਾ ਟੋਪ ਸੀ ਅਤੇ ਇੱਕ ਸੰਜੋ ਉਹਨੇ ਪਹਿਨੀ ਹੋਈ ਸੀ, ਜੋ ਤੋਲ ਵਿੱਚ 1.5 ਮਣ ਪਿੱਤਲ ਦੀ ਸੀ, ਅਤੇ ਉਹਦੀਆਂ ਦੋਹਾਂ ਲੱਤਾਂ ਉੱਤੇ ਪਿੱਤਲ ਦੇ ਕਵਚ ਸਨ, ਅਤੇ ਉਹਦੇ ਦੋਹਾਂ ਮੋਢਿਆਂ ਦੇ ਵਿਚਕਾਰ ਪਿੱਤਲ ਦੀ ਬਰਛੀ ਸੀ, ਅਤੇ ਉਹਦੇ ਬਰਛੇ ਦਾ ਡੰਡਾ ਜੁਲਾਹੇ ਦੀ ਤੁਰ ਵਰਗਾ ਸੀ, ਅਤੇ ਉਹਦੇ ਬਰਛੇ ਦਾ ਫਲ 7.5 ਸੇਰ ਲੋਹੇ ਦਾ ਸੀ, ਅਤੇ ਇੱਕ ਮਨੁੱਖ ਢਾਲ ਚੁੱਕ ਕੇ ਉਹਦੇ ਅੱਗੇ ਤੁਰਦਾ ਸੀ। ਸੋ ਇਹ ਕਿਹਦੇ ਬਾਰੇ ਅਸੀਂ ਦੇਖਿਆ? ਗੋਲੀਅਤ ਦੇ ਬਾਰੇ, ਜਿਹੜਾ ਇਜ਼ਰਾਈਲ ਨੂੰ ਆ ਕੇ ਲਲਕਾਰਦਾ ਪਿਆ। ਥੋੜ੍ਹਾ ਉਹਦੇ ਵਸਤਰਾਂ ਦੇ ਬਾਰੇ, ਕੱਪੜਿਆਂ ਬਾਰੇ, ਥੋੜ੍ਹਾ ਉਹਦੇ ਹਥਿਆਰ ਦੇ ਬਾਰੇ ਅਸੀਂ ਦੇਖਿਆ ਆ। ਇੱਕ ਵਿਅਕਤੀ ਉਹਦੀ ਢਾਲ ਚੁੱਕ ਕੇ ਹੀ ਅੱਗੇ ਤੁਰਦਾ ਹੁੰਦਾ ਸੀਗਾ। ਸੋ ਉਹ ਜਦੋਂ ਆ ਰਿਹਾ ਆ ਤੇ ਹਲਕੇ ਤਰੀਕੇ ਦਾ ਨਹੀਂ ਆਇਆ, ਪੂਰੇ ਫੋਮ ਦੇ ਵਿੱਚ ਉਹ ਆਇਆ। ਇਸ ਲਈ ਮੇਰੇ ਪਿਆਰੋ, ਸਾਡੇ ਸਾਹਮਣੇ ਵੀ ਜਦੋਂ ਹਾਲਾਤ ਪਰਿਸਥਿਤੀਆਂ ਆਉਂਦੀਆਂ, ਉਹ ਪੂਰੇ ਫੋਮ 'ਚ ਹੀ ਆਈਆਂ। ਸਾਨੂੰ ਕੁਛ ਸਿਖਾਉਣਾ ਚਾਹੁੰਦਾ ਪ੍ਰਭੂ, ਸਾਨੂੰ ਕੁਛ ਸਮਝਾਉਣਾ ਚਾਹੁੰਦਾ, ਤੇ ਅਸੀਂ ਭੱਜਦੇ ਹਾਂ। ਭੱਜਣ ਦੇ ਨਾਲ ਅਸੀਂ ਫੋਮ 'ਚ ਨਹੀਂ ਆਵਾਂਗੇ। ਪ੍ਰਭੂ ਦੇ ਚਰਨਾਂ 'ਚ ਬੈਠਾਂਗੇ ਤੇ ਅਸੀਂ ਵੀ ਫੋਮ ਦੇ ਵਿੱਚ ਆ ਜਾਵਾਂਗੇ, ਅਸੀਂ ਵੀ ਤਿਆਰੀ ਦੇ ਵਿੱਚ ਆ ਜਾਵਾਂਗੇ। ਪਰ ਜੇ ਭੱਜਾਂਗੇ ਫਿਰ ਤਿਆਰੀ ਨਹੀਂ ਹੋਊਗੀ, ਫਿਰ ਹਾਲਾਤ ਪਰਿਸਥਿਤੀਆਂ ਹੋਰ ਸਾਡੇ ਉੱਤੇ ਹੈਵੀ ਹੁੰਦੀਆਂ। ਇਸ ਕਰਕੇ ਚਾਹੀਦਾ ਕੀ ਆ? ਜਦੋਂ ਹਾਲਾਤ ਆਏ, ਪ੍ਰਭੂ ਦੇ ਚਰਨਾਂ 'ਚ ਬੈਠੋ। ਇਸ ਲਈ ਇੱਧਰ ਕੀ ਦੇਖ ਰਹੇ ਹਾਂ? ਕਿੰਨੀ ਤਿਆਰੀ ਦੇ ਨਾਲ ਗੋਲੀਅਤ ਆਇਆ ਹੋਇਆ। ਹੁਣ ਇਸਰਾਇਲ ਸ਼ਾਊਲ ਸਮੇਤ ਕੀ ਹੋ ਗਿਆ? ਡਰ ਗਿਆ। ਦੇਖਿਆ ਨਾ, ਜਦੋਂ ਉਹ ਘਾਬਰ ਗਏ ਤੇ ਬਹੁਤ ਡਰ ਗਏ। ਹੁਣ ਅਸੀਂ ਆਪਣੇ ਸਾਹਮਣੇ ਦੀਆਂ ਸਮੱਸਿਆਵਾਂ ਦੇਖ ਕੇ ਕੀ ਕਰਦੇ ਹਾਂ? ਅਸੀਂ ਵੀ ਡਰ ਜਾਂਦੇ। ਜਦੋਂ ਸਾਡੇ ਸਾਹਮਣੇ ਸਮੱਸਿਆਵਾਂ ਆਉਂਦੀਆਂ, ਦੁੱਖ ਹੁੰਦੇ, ਮੁਸੀਬਤਾਂ ਹੁੰਦੇ, ਸਮੱਸਿਆ ਦੇਖ ਕੇ, ਦੁੱਖ ਦੇਖ ਕੇ ਸਾਡੀ ਸੋਚ ਕੀ ਹੈ, ਇਹ ਦੇਖਣਾ। ਜਦੋਂ ਸਾਡੇ ਜੀਵਨ ਦੇ ਵਿੱਚ ਹਾਲਾਤ ਹੁੰਦੇ, ਪਰਿਸਥਿਤੀਆਂ ਹੁੰਦੀਆਂ, ਫਿਰ ਸਾਡੀ ਸੋਚ ਕੀ ਆ? ਮੇਰੇ ਪਿਆਰੋ, ਅਸੀਂ ਆਪਣੀ ਸੋਚ ਨੂੰ ਦੇਖਣਾ। ਜਦੋਂ ਸਾਡੇ ਸਾਹਮਣੇ ਪਰਿਸਥਿਤੀਆਂ ਬਣ ਗਈਆਂ, ਦੁੱਖ ਆ ਗਏ, ਮੁਸੀਬਤ ਆ ਗਈ, ਹੁਣ ਸੋਚ ਕੀ ਮਨ ਡੋਲਦਾ ਪਿਆ? ਕੀ ਡਾਵਾਂਡੋਲ ਹੋ ਰਹੇ ਆ? ਕੀ ਮਨ ਦੇ ਵਿੱਚ ਇੱਦਾਂ ਦੇ ਵਿਚਾਰ ਆ ਰਹੇ ਆ ਜਿਹੜੇ ਸਾਨੂੰ ਨੈਗੇਟਿਵ ਕਰ ਰਹੇ? ਜਾਂ ਹੋਰ ਅਸੀਂ ਪ੍ਰਾਰਥਨਾ ਤੋਂ, ਵਚਨ ਤੋਂ ਘੱਟ ਰਹੇ, ਜਾਂ ਅਸੀਂ ਦੁਖੀ ਹੋ ਰਹੇ, ਵਚਨ ਤੋਂ ਬਾਹਰ ਹੋਣ ਦੀ ਸੋਚ ਆ ਰਹੀ ਹੈ? ਇੱਦਾਂ ਹੋ ਰਿਹਾ? ਅਸੀਂ ਧਿਆਨ ਕਰਨਾ ਹਾਲਾਤ ਵੇਲੇ ਸਾਡੀ ਸੋਚ ਕੀ ਹੈ। ਕਿਉਂਕਿ ਸਾਹਮਣੇ ਕੌਣ ਆ? ਗੋਲੀਅਤ ਆ। ਇੱਧਰ ਇਸਰਾਇਲ ਦੇ ਸਾਹਮਣੇ ਕੌਣ ਖੜਾ? ਗੋਲੀਅਤ ਆ। ਇਸ ਲਈ ਸਾਡੇ ਸਾਹਮਣੇ ਵੀ ਜਦੋਂ ਹਾਲਾਤ ਹੁੰਦੇ ਆ ਤੇ ਸੋਚ ਕੀ ਆ? ਭੱਜਣਾ ਨਹੀਂ ਆ। ਸੋਚ ਕੀ ਹੋਣੀ? ਕਿ ਇੱਕ ਨੂੰ ਮੈਂ ਆਪਣਾ ਜੀਵਨ ਸੌਂਪਿਆ ਹੈ, ਔਰ ਜਿਹਨੂੰ ਸੌਂਪਿਆ ਉਹ ਵਫਾਦਾਰ ਆ, ਬੇਵਫਾ ਨਹੀਂ ਆ। ਉਹ ਵਫਾਦਾਰ ਪਰਮੇਸ਼ਵਰ ਆ। ਅਸੀਂ ਜਿਹਨੂੰ ਜੀਵਨ ਸੌਂਪਿਆ ਹੋਇਆ, ਉਹਦੇ ਵਚਨ 'ਚ ਲਿਖਿਆ, ਉਹ ਕਹਿੰਦਾ, ਨਾ ਮੈਂ ਤੈਨੂੰ ਕਦੀ ਛੱਡੂੰਗਾ ਤੇ ਨਾ ਮੈਂ ਤੈਨੂੰ ਕਦੀ ਤਿਆਗੂੰਗਾ। ਸਮੱਸਿਆ ਨੂੰ ਸਮੱਸਿਆ ਨਹੀਂ ਸਮਝਣਾ। ਜਦੋਂ ਸਾਹਮਣੇ ਸਮੱਸਿਆ ਆ ਗਈ ਆ, ਉਹਨੂੰ ਕੀ ਨਹੀਂ ਸਮਝਣਾ? ਸਮੱਸਿਆ ਨਹੀਂ ਸਮਝਣਾ, ਗੋਲੀਅਤ ਨਹੀਂ ਦੇਖਣਾ।
ਹੁਣ ਜਦੋਂ ਸਾਡੇ ਸਾਹਮਣੇ ਆ ਗਈ ਆ ਸਮੱਸਿਆ, ਸਮੱਸਿਆ ਨਹੀਂ ਸਮਝਣਾ, ਜਾਂ ਦੂਸਰੀ ਭਾਸ਼ਾ 'ਚ ਜੋ ਅਸੀਂ ਪੜ੍ਹਦੇ ਪਏ ਹਾਂ, ਗੋਲੀਅਤ ਨਹੀਂ ਦੇਖਣਾ, ਇਹ ਦੇਖਣਾ ਆ ਕਿ ਮੇਰੇ ਨਾਲ ਕੌਣ ਆ। ਮੇਰੇ ਪਿਆਰੋ, ਗੋਲੀਅਤ ਵੱਡਾ ਨਹੀਂ ਆ, ਜਾਂ ਕਹਿ ਲਓ ਮੁਸੀਬਤ ਵੱਡੀ ਨਹੀਂ ਆ, ਸਮੱਸਿਆ ਵੱਡੀ ਨਹੀਂ ਆ, ਮੇਰਾ ਪ੍ਰਭੂ ਵੱਡਾ ਆ। ਇਸ ਕਰਕੇ ਪ੍ਰਭੂ ਨੂੰ ਜਦੋਂ ਜੀਵਨ ਸੌਂਪਿਆ, ਜੀਵਨ ਸੌਂਪਣ ਤੋਂ ਬਾਅਦ ਮੇਰੇ ਜੀਵਨ 'ਚ ਉਤਾਰ ਚੜਾਵ ਆਇਆ, ਇਹਦਾ ਮਤਲਬ ਪ੍ਰਭੂ ਹੋਣ ਦੇ ਰਿਹਾ। ਉਹ ਸਾਨੂੰ ਕੁਛ ਸਮਝਾਉਣਾ ਚਾਹੁੰਦਾ, ਉਹ ਸਾਨੂੰ ਕੁਛ ਸਿਖਾਉਣਾ ਚਾਹੁੰਦਾ। ਕਿਤੇ ਨਾ ਕਿਤੇ ਪਰਮੇਸ਼ਰ ਦੀ ਇੱਛਾ ਤੋਂ ਅਸੀਂ ਹਟੇ ਹਾਂ, ਕਿਤੇ ਨਾ ਕਿਤੇ ਅਸੀਂ ਕੁਛ ਐਸਾ ਕੀਤਾ ਜੋ ਸਾਡੇ ਪ੍ਰਭੂ ਨੂੰ ਪਸੰਦ ਨਹੀਂ ਆਇਆ। ਉਹਦੇ ਕਾਰਨ ਕੀ ਆ? ਸਾਡੇ ਜੀਵਨ ਦੇ ਵਿੱਚ ਉਤਾਰ ਚੜਾਵ ਆਏ, ਮੁਸੀਬਤ ਆਈ ਆ, ਕਸ਼ਟ ਆਇਆ। ਅੱਜ ਬੜੇ ਵਿਸ਼ਵਾਸੀ ਭੈਣ ਭਰਾਵਾਂ ਦੇ ਜੀਵਨ 'ਚ ਜਦੋਂ ਮੁਸੀਬਤ, ਕਸ਼ਟ, ਪਰੇਸ਼ਾਨੀਆਂ ਆਉਂਦੀਆਂ, ਉਹ ਸਮਝਦੇ ਨਹੀਂ ਆ, ਮੰਨਦੇ ਵੀ ਨਹੀਂ ਆ ਕਿ ਕਿਉਂ ਆਇਆ। ਆਪਣੇ ਹੀ ਸੋਚ ਦੇ ਨਾਲ, ਉਹ ਆਪਣੇ ਹੀ ਮਨ ਦੇ ਨਾਲ ਕੁਛ ਸੋਚ ਕੇ ਬਹਿ ਜਾਂਦੇ, ਇੱਦਾਂ ਨਹੀਂ ਇੱਦਾਂ ਹੋਇਆ। ਸਮਝਦੇ ਨਹੀਂ ਆ, ਮੰਨਦੇ ਨਹੀਂ ਆ ਕਿ ਮੈਂ ਕਿਤੇ ਨਾ ਕਿਤੇ ਉਖੜਿਆ, ਕਿਤੇ ਨਾ ਕਿਤੇ ਪਰਮੇਸ਼ਰ ਦੀ ਇੱਛਾ ਤੋਂ ਬਾਹਰ ਹੋਇਆ, ਕਿਤੇ ਨਾ ਕਿਤੇ ਮੈਂ ਵਚਨ ਦੀ ਅਨਾਗਿਆਕਾਰੀ ਕੀਤੀ, ਕਿਤੇ ਨਾ ਕਿਤੇ ਮੈਂ ਆਪਣੇ ਪ੍ਰਭੂ ਨੂੰ ਗੁੱਸਾ ਚੜਾਇਆ। ਇਹ ਨਹੀਂ ਮੰਨਦੇ, ਆਪਣੇ ਵੱਲੋਂ ਕਹਾਣੀਆਂ ਬਣਾਉਣੇ ਨੇ, ਇੱਦਾਂ ਨਹੀਂ ਹੋਇਆ, ਉਹ ਤਾਂ ਇੱਦਾਂ ਹੀ ਹੋ ਗਿਆ ਸੀਗਾ, ਵੈਸੇ ਹੀ ਹੋ ਗਿਆ ਸੀਗਾ। ਅਗਰ ਇੱਦਾਂ ਕਰੋਗੇ ਤੇ ਪ੍ਰਭੂ ਉਸ ਪਰਿਸਥਿਤੀ ਨੂੰ, ਉਸ ਕਸ਼ਟ ਨੂੰ, ਉਸ ਮੁਸੀਬਤ ਨੂੰ ਫਿਰ ਹੋਰ ਵਧਾਊਗਾ। ਮੰਨ ਲੈਣਾ ਚੰਗਾ ਆ, ਕਿਉਂਕਿ ਅਸੀਂ ਵਚਨ ਨੂੰ ਜਾਣਦੇ ਹਾਂ। ਵਚਨ ਨੂੰ ਪੜ੍ਹਨ ਵਾਲੇ ਭੈਣ ਭਰਾ ਇਸ ਗੱਲ ਨੂੰ ਸਮਝਣਗੇ, ਯੂਨਾਨ ਨਬੀ ਨੂੰ ਕਦੀ ਭੁੱਲਣਾ ਨਹੀਂ ਹੈ। ਜਦੋਂ ਤੱਕ ਨਹੀਂ ਮੰਨਿਆ, ਫਿਰ 3 ਦਿਨ ਚੰਗੀ ਸੈਰ ਕਰਾਈ ਉਹਨੂੰ ਪ੍ਰਭੂ ਨੇ। ਫਿਰ ਜਿੱਦਣ ਮੰਨ ਗਿਆ, ਉਹ ਦਿਨ ਤੀਸਰੇ ਦਿਨ ਉਹਨੂੰ ਜਾ ਕੇ ਉਸ ਜਗ੍ਹਾ 'ਤੇ ਪਹੁੰਚਾਇਆ ਜਿੱਥੇ ਪਰਮੇਸ਼ਰ ਨੇ ਕਿਹਾ ਸੀ। ਇਸ ਲਈ ਅਸੀਂ ਨਹੀਂ ਮੰਨਾਂਗੇ ਅਗਰ ਆਪਣੀ ਗਲਤੀ ਨੂੰ, ਜਾਂ ਆਪਣੇ ਪਾਪ ਨੂੰ, ਆਪਣੀ ਉਸ ਗੱਲ ਨੂੰ ਜਿੱਥੋਂ ਅਸੀਂ ਉਖੜੇ ਹਾਂ, ਫਿਰ ਪਰਮੇਸ਼ਰ ਹੋਰ ਸੈਰ ਕਰਾਊਗਾ, ਜਿੱਦਾਂ ਯੂਨਾਨ ਨਬੀ ਨੂੰ ਕਰਵਾਈ। ਮੰਨ ਲਵਾਂਗੇ ਤੇ ਫਿਰ ਟਾਈਮ ਸਿਰ ਨਿਨਵਾ ਪਹੁੰਚਾ ਦੂਗਾ। ਇਸ ਕਰਕੇ ਮੇਰੇ ਪਿਆਰੋ, ਆਪਣੀਆਂ ਜਿੱਦਾਂ ਦੇ ਵਿੱਚ ਨਹੀਂ ਅਸੀਂ ਰਹਿਣਾ, ਇਸ ਗੱਲ ਦੇ ਵਿੱਚ ਨਹੀਂ ਰਹਿਣਾ ਜੇ ਮੈਂ ਮੰਨ ਗਿਆ ਤੇ ਮੇਰੀ ਬੇਇੱਜ਼ਤੀ ਹੋ ਜੂਗੀ, ਜੇ ਮੈਂ ਮੰਨ ਗਿਆ ਤੇ ਦੂਸਰੇ ਵਿਸ਼ਵਾਸੀ ਭੈਣ ਭਰਾ ਕੀ ਕਹਿਣਗੇ ਵੀ ਆਹ ਇੱਦਾਂ ਸੀ, ਇੱਦਾਂ ਦਾ ਸੀਗਾ, ਅੱਛਾ ਇਹ ਤਾਂ ਬੜੀ ਪ੍ਰਾਰਥਨਾ ਕਰਨ ਵਾਲਾ, ਇਹ ਤਾਂ ਬੜਾ ਵਚਨ ਪੜ੍ਹਨ ਵਾਲਾ, ਇਹ ਤਾਂ ਬੜਾ ਸੰਗਤੀ ਕਰਨ ਵਾਲਾ। ਇਹ ਚੀਜ਼ਾਂ ਨੂੰ ਨਹੀਂ ਰੱਖਣਾ ਆਪਣੇ ਅੰਦਰ। ਆਪਣੀ ਖੁਦੀ ਦਾ ਇਨਕਾਰ ਕਰਨਾ, ਆਪਣੀ ਮੈਂ ਦਾ ਇਨਕਾਰ ਕਰਨਾ ਕਿ ਮੈਂ ਕੁਛ ਨਹੀਂ ਹੈ। ਜਿੱਥੋਂ ਗਲਤੀ ਆ ਉਹਨੂੰ ਦਲੇਰੀ ਨਾਲ ਮੰਨਣਾ, ਜਿੱਥੇ ਕੁਛ ਪਾਪ ਹੋਇਆ ਉਹਨੂੰ ਦਲੇਰੀ ਨਾਲ ਮੰਨਣਾ ਆ। ਪ੍ਰਭੂ ਐਸਿਆਂ ਨੂੰ ਚਾਹੁੰਦਾ। ਨਹੀਂ ਮੰਨਾਂਗੇ ਤਾਂ ਫਿਰ ਸੈਰ ਲੰਬੀ ਕਰਾਊਗਾ। ਇਸ ਕਰਕੇ ਮੇਰੇ ਪਿਆਰੋ, ਕੀ ਆ? ਅਸੀਂ ਮੰਨਣਾ ਆ, ਉਸ ਗੱਲ ਨੂੰ ਸਮਝਣਾ ਆ। ਸਮੱਸਿਆ ਨੂੰ ਸਮੱਸਿਆ ਨਹੀਂ, ਇਹ ਨਹੀਂ ਦੇਖਣਾ ਕਿ ਗੋਲੀਅਤ ਆ, ਇਹ ਦੇਖਣਾ ਕਿ ਜਿਹੜਾ ਮੇਰੇ ਨਾਲ ਆ ਉਹ ਕੌਣ ਆ, ਵਫਾਦਾਰ ਆ। ਉਹਦੀ ਹਜ਼ੂਰੀ ਨੂੰ ਕੀ ਕਰਨਾ? ਅਸੀਂ ਮਹਿਸੂਸ ਕਰਨਾ, ਉਹਦੀ ਹਜ਼ੂਰੀ। ਅੱਜ ਬੜੇ ਭੈਣ ਭਰਾਵਾਂ ਨੂੰ ਕੀ ਆ? ਉਹਦੀ ਹਜ਼ੂਰੀ ਦਾ ਅਹਿਸਾਸ ਹੀ ਨਹੀਂ, ਮਹਿਸੂਸ ਹੀ ਨਹੀਂ ਹੁੰਦੀ ਹਜ਼ੂਰੀ ਉਹਦੀ। ਖਾਲੀ ਹੀ ਬੰਦਗੀ 'ਚ ਆਉਂਦੇ ਔਰ ਖਾਲੀ 'ਚ ਬੰਦਗੀ 'ਚੋਂ ਚਲੇ ਜਾਂਦੇ। ਖਾਲੀ ਹੀ ਜੀਵਨ ਆ। ਭਜਨ ਵੀ ਗਾਉਂਦੇ ਆ, ਪ੍ਰਾਰਥਨਾ ਵੀ ਕਰਦੇ ਆ, ਵਚਨ ਵੀ ਪੜ੍ਹਦੇ ਆ, ਆਰਾਧਨਾ, ਸੰਗਤੀ ਸਭ ਕੁਛ ਆ, ਲੇਕਿਨ ਜੀਵਨ ਖਾਲੀ ਖਾਲੀ ਹੈ। ਕਿਉਂਕਿ ਹਜ਼ੂਰੀ ਕੀ ਨਹੀਂ ਆ? ਨਾਲ ਹਜ਼ੂਰੀ ਹੈ ਨਹੀਂ। ਹਜ਼ੂਰੀ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਅਧਿਆਇ ਦੇ ਵਿੱਚ ਅਸੀਂ ਅੱਗੇ ਅੱਗੇ ਦੇਖਣਾ, ਸ਼ਾਊਲ ਦੇ ਅੰਦਰ ਜਦੋਂ ਹਜ਼ੂਰੀ ਨਹੀਂ ਤਾਂ ਫਿਰ ਹਾਲ ਕੀ ਆ ਉਹਦਾ। ਪਰ ਜਦੋਂ ਹਜ਼ੂਰੀ ਪਾਏ ਹੋਏ ਦਾਊਦ ਜਦੋਂ ਆ ਰਿਹਾ, ਅੱਗੇ ਜਾ ਕੇ ਜੇ ਅਸੀਂ ਦੇਖਦੇ ਹਾਂ ਤਾਂ ਫਿਰ ਹਜ਼ੂਰੀ ਪਾਇਆ ਹੋਇਆ ਕਿੱਦਾਂ ਦਾ। ਅੱਜ ਸਾਨੂੰ ਸਿੱਖਦੇ ਸਿੱਖਦੇ ਸਮਝ ਆ ਜਾਣਾ, ਜਿੱਦਾਂ ਜਿੱਦਾਂ ਅਸੀਂ ਸਟੈਪ ਬਾਏ ਸਟੈਪ ਵਧਾਂਗੇ, ਸਾਨੂੰ ਸਮਝ ਆ ਜਾਣਾ ਹਜ਼ੂਰੀ ਮੇਰੇ ਨਾਲ ਹੈਗੀ ਆ ਜਾਂ ਹਜ਼ੂਰੀ ਹਟ ਚੁੱਕੀ ਹੈ। ਹਾਲੇਲੂਇਆ। ਸੋ ਇਸ ਕਰਕੇ ਉਹਦੀ ਹਜ਼ੂਰੀ ਨੂੰ ਮਹਿਸੂਸ ਕਰਨਾ ਆ। ਸਾਡੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਸਮੱਸਿਆ ਨਹੀਂ ਆ, ਇਹ ਚੀਜ਼ ਧਿਆਨ 'ਚ ਰੱਖਿਓ। ਜਦੋਂ ਦੁੱਖ, ਪਰੇਸ਼ਾਨੀ, ਮੁਸੀਬਤ ਆ ਗਈ ਆ, ਉਹਨੂੰ ਨਹੀਂ ਦੇਖਣਾ ਉਹ ਸਮੱਸਿਆ ਨਹੀਂ ਆ ਸਾਡੇ ਸਾਹਮਣੇ ਜਿਹੜੀ ਆਈ ਆ। ਉਹ ਕੀ ਆ? ਉਹ ਚੁਣੌਤੀ ਆ, ਜਾਂ ਕਹਿ ਲਓ ਕਿ ਉਹ ਚੈਲੰਜ ਆ ਸਾਡੇ ਸਾਹਮਣੇ ਜਿਹੜਾ ਆਇਆ। ਇਸ ਕਰਕੇ ਇੱਕ ਨੇ ਸਾਡੇ ਨਾਲ ਵਾਅਦਾ ਕੀਤਾ ਹੋਇਆ ਕਿ ਮੈਂ ਤੈਨੂੰ ਕਦੀ ਵੀ ਕੀ ਨਹੀਂ ਕਰੂੰਗਾ, ਨਾ ਛੱਡੂੰਗਾ, ਨਾ ਤਿਆਗੂੰਗਾ। ਸਮੱਸਿਆ ਆ ਗਈ ਹੈ, ਦੁੱਖ ਆ ਗਿਆ, ਮੁਸੀਬਤ ਆ ਗਿਆ, ਇਹ ਨਾ ਦੇਖੋ ਸਮੱਸਿਆ ਮੁਸੀਬਤ ਆ ਗਈ, ਬਲਕਿ ਕੀ ਦੇਖਣਾ? ਇਹ ਦੇਖਣਾ ਕਿ ਗੋਲੀਅਤ ਆਇਆ, ਜਾਂ ਚੁਣੌਤੀ ਆਈ, ਜਾਂ ਚੈਲੰਜ ਆ ਗਿਆ, ਮੈਂ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਇਹਦਾ ਸਾਹਮਣਾ ਕਰਨਾ। ਅਗਰ ਸਾਹਮਣਾ ਕਰਨ ਦਾ ਬਲ ਨਹੀਂ ਹੈ, ਪ੍ਰਭੂ ਦੇ ਚਰਨਾਂ 'ਚ ਬਹਿ ਕੇ ਉਹਦੇ ਕੋਲੋਂ ਕੀ ਪਾਉਣੀ? ਅਸੀਂ ਹਜ਼ੂਰੀ ਪਾਉਣੀ ਕਿ ਪ੍ਰਭੂ ਮੈਨੂੰ ਬਲ ਦੇ ਕਿ ਮੈਂ ਮਜ਼ਬੂਤੀ ਦੇ ਨਾਲ
इस हालात विच, इस माहौल दे विच खड़ा रह पावां। हालेलुया। इस करके याद रखना कि एक ने मेरे नाल वायदा किया है कि ना मैं छड्डूंगा ते ना मैं त्यागूंगा, और उन्हें कहा है कि तुहानू कदी अनाथ नहीं छड्डूंगा। ਉਹਦਾ आत्मा साडे नाल आ। इस करके मेरे प्यारो, सानू किसी गल की चिंता करने की लोड़ नहीं है। परिस्थितियां हालात जो आ रहे हैं, सोच की है साडी, हालात आए तो असीं सोचते की हैं, इस गल नूं ध्यान च रखना। उत्थे ही पता लग जाना हजूरी है या हजूरी नहीं है। सो अगे वधदे आपां 17 ਦੀ 12 ਤੋਂ 20 तक पढ़ना, हौली हौली पढ़ लेने आपां, फिर आपां अगे वधदे हां। सो इधर की आ, दाऊद जस्सी नामे बैतलम यहूदा दे अफराती मनुख दा पुत्र सी, जिहदे 8 पुत्र सन, ਅਤੇ ਉਹ ਆਪ ਸ਼ਾਉਲ ਦੇ ਵੇਲੇ ਲੋਕਾਂ ਵਿੱਚ ਬੁੱਢਾ ਹੋਇਆ ਸੀ। ਜੱਸੀ ਦੇ 3 ਵੱਡੇ ਪੁੱਤਰ ਲੜਾਈ ਦੇ ਵਿੱਚ ਸਨ, ਸ਼ਾਉਲ ਦੇ ਮਗਰ ਜਾ ਲੱਗੇ, ਅਤੇ ਉਹ ਤਿੰਨਾਂ ਵਿੱਚੋਂ ਜੋ ਲੜਨ ਗਏ ਸਨ, ਜੇਠੇ ਦਾ ਨਾਮ ਅਲੀਆਬ ਸੀ, ਅਤੇ ਦੂਜੇ ਦਾ ਨਾਮ ਅਬੀਨਾਦਾਬ, ਅਤੇ ਤੀਜੇ ਦਾ ਨਾਮ ਸ਼ਮਾ ਸੀ। ਦਾਊਦ ਸਭਨਾਂ ਨਾਲੋਂ ਨਿੱਕਾ ਸੀ, ਅਤੇ ਉਹਦੇ 3 ਵੱਡੇ ਪੁੱਤਰ ਸ਼ਾਉਲ ਦੇ ਮਗਰ ਲੱਗੇ। ਪਰ ਦਾਊਦ ਸ਼ਾਉਲ ਕੋਲੋਂ ਵੱਖਰਾ ਹੋ ਕੇ ਆਪਣੇ ਪਿਓ ਦੇ ਇੱਜੜ ਨੂੰ ਬੈਤਲਮ ਵਿੱਚ ਚਰਾਉਣ ਗਿਆ ਸੀ। ਸੋ ਉਹ ਫਲਿਸਤੀ ਨਿਤ ਸਵੇਰੇ ਅਤੇ ਤਕਾਲਾ ਨੂੰ ਨੇੜੇ ਆਉਂਦਾ ਸੀ, ਅਤੇ 40 ਦਿਨਾਂ ਤੋੜੀ ਉਹ ਆਪਣੇ ਆਪ ਨੂੰ ਅੱਗੇ ਕਰਦਾ ਰਿਹਾ। ਫਿਰ ਜੱਸੀ ਨੇ ਆਪਣੇ ਪੁੱਤਰ ਦਾਊਦ ਨੂੰ ਆਖਿਆ, ਇਹ 5 ਸੇਰ ਭੁੰਨੇ ਹੋਏ ਦਾਣੇ ਅਤੇ ਇਹ 10 ਰੋਟੀਆਂ ਲੈ ਕੇ ਆਪਣੇ ਭਰਾਵਾਂ ਕੋਲ ਡੇਰਿਆਂ ਵੱਲ ਤੁਰ ਜਾ, ਅਤੇ ਇਹ 10 ਚੱਕੀਆਂ ਪਨੀਰ ਦੀਆਂ ਉਹਦੇ ਸੂਬੇਦਾਰ ਦੇ ਲਈ ਲੈ ਜਾ, ਅਤੇ ਆਪਣੇ ਭਰਾਵਾਂ ਦੀ ਡੋਲ ਚਾਲ ਵੇਖ, ਅਤੇ ਉਹਦੀ ਕੁਝ ਨਿਸ਼ਾਨੀ ਲੈ ਆ। ਉਸ ਵੇਲੇ ਸ਼ਾਉਲ ਅਤੇ ਇਸਰਾਇਲ ਦੇ ਸਭ ਲੋਕ ਏਲਾਂ ਦੀ ਦੂਨ ਵਿੱਚ ਫਲਿਸਤੀਆਂ ਦੇ ਨਾਲ ਲੜਦੇ ਪਏ ਸਨ। ਦਾਊਦ ਨੇ ਪ੍ਰਭਾਤ ਦੇ ਵੇਲੇ ਉੱਠ ਕੇ ਭੇਡਾਂ ਨੂੰ ਰਾਖੇ ਦੇ ਕੋਲ ਛੱਡਿਆ, ਅਤੇ ਜੇਕਰ ਜੱਸੀ ਨੇ ਉਹਨੂੰ ਆਖਿਆ ਸੀ, ਵਸਤਾਂ ਲੈ ਕੇ ਤੁਰ ਪਿਆ, ਅਤੇ ਜਿਸ ਵੇਲੇ ਦਲ ਲੜਨ ਲਈ ਨਿਕਲਦਾ ਅਤੇ ਲੜਾਈ ਦੇ ਲਈ ਵੰਗਾਰਦਾ ਸੀ, ਮੋਰਚੇ ਵਿੱਚ ਅੱਪੜ ਪਿਆ। ਕੌਣ ਅੱਪੜ ਗਿਆ? ਦਾਊਦ। ਸੋ ਇਧਰ 1 ਸ਼ਮੂਏਲ 17 ਦੀ 12 ਤੋਂ 20 ਤੱਕ ਅਸੀਂ ਕੀ ਦੇਖਿਆ ਕਿ ਦਾਊਦ ਦੇ ਪਿਓ ਨੇ ਉਹਨੂੰ ਮੇਨ ਜੋ ਦੇਖਣ ਜਾ ਰਹੇ ਹੋ ਕੀ ਆ, ਉਹਦੇ ਪਿਓ ਨੇ ਇੱਕ ਜ਼ਿੰਮੇਵਾਰੀ ਉਹਨੂੰ ਦਿੱਤੀ ਹੈ। ਦਾਊਦ ਦੇ ਬਾਪ ਨੇ ਉਹਨੂੰ ਇੱਕ ਜ਼ਿੰਮੇਦਾਰੀ ਦਿੱਤੀ। ਜ਼ਿੰਮੇਦਾਰੀ ਕੀ ਆ ਕਿ ਜਾ ਆਪਣੇ ਭਰਾਵਾਂ ਦਾ ਹਾਲ ਚਾਲ ਪੁੱਛ ਕੇ ਆ। ਉਹ ਲੜਾਈ ਦੇ ਵਿੱਚ ਗਏ ਹੋਏ ਆ, ਉਹਨਾਂ ਦੀ ਡੋਲ ਚਾਲ ਦੇਖ ਕੇ ਆ, ਤੇਰੇ ਭਰਾ ਕਿੱਦਾਂ ਆ। ਸੋ ਦਾਊਦ ਨੂੰ ਜਦੋਂ ਇੱਕ ਜ਼ਿੰਮੇਦਾਰੀ ਇਹ ਉਹਦਾ ਬਾਪ ਦੇ ਰਿਹਾ ਕਿ ਭਰਾਵਾਂ ਦਾ ਹਾਲ ਚਾਲ ਪੁੱਛ ਕੇ ਆਉਣਾ। ਸੋ ਇੱਧਰ ਅਸੀਂ ਪੜ੍ਹਿਆ, ਇਸ ਤੋਂ ਪਹਿਲਾਂ ਦਾਊਦ ਨੂੰ ਪਹਿਲਾਂ ਹੀ ਇੱਕ ਜ਼ਿੰਮੇਦਾਰੀ ਦਿੱਤੀ ਹੋਈ। ਉਹ ਜ਼ਿੰਮੇਦਾਰੀ ਕੀ ਆ? ਉਹ ਭੇਡ ਬੱਕਰੀਆਂ ਚਾਰਨ ਦੀ ਜ਼ਿੰਮੇਦਾਰੀ ਆ। ਇੱਕ ਜ਼ਿੰਮੇਦਾਰੀ ਪਹਿਲਾਂ ਹੀ ਸੌਂਪੀ ਹੋਈ ਆ, ਭੇਡਾਂ ਚਾਰ ਰਹੀਆਂ, ਔਰ ਦੂਸਰੀ ਫੇਰ ਸੌਂਪ ਰਿਹਾ ਕਿ ਕੀ ਕਰ, ਆਪਣੇ ਭਰਾਵਾਂ ਦਾ ਹਾਲ ਚਾਲ ਪੁੱਛ ਕੇ ਆ। ਤੇ ਇੱਥੇ ਅਸੀਂ ਕੀ ਦੇਖਦੇ, ਦਾਊਦ ਨੇ ਕੀ ਕੀਤਾ? ਦਾਊਦ ਨੇ ਆਪਣੇ ਬਾਪ ਨੂੰ ਮਨਾ ਨਹੀਂ ਕੀਤਾ ਕਿ ਡੈਡੀ ਜੀ ਮੈਂ ਕਿੱਧਰ ਜਾਵਾਂ, ਮੈਂ ਭੇਡ ਬੱਕਰੀਆਂ ਚਾਰਾਂ ਜਾਂ ਮੈਂ ਜਾ ਕੇ ਆਪਣੇ ਭਰਾਵਾਂ ਦਾ ਹਾਲ ਚਾਲ ਪੁੱਛ ਕੇ ਆਵਾਂ। ਸਾਡੇ ਵਰਗੇ ਅੱਜ ਜਦੋਂ ਅਸੀਂ ਦੇਖਦੇ ਹਾਂ ਮਸੀਹੀ ਭੈਣ ਭਰਾਵਾਂ ਨੂੰ, ਵਿਸ਼ਵਾਸੀਆਂ ਨੂੰ, ਭੈਣ ਭਰਾਵਾਂ ਨੂੰ, ਉਹ ਕੀ ਹੁੰਦਾ, ਅਗਰ ਇੱਕ ਕੰਮ ਸੌਂਪਿਆ ਜਿਹਦੇ ਦਰਮਿਆਨ ਕੋਈ ਦੂਸਰਾ ਕਹਿ ਤਾ, ਉਦਾਹਰਨ ਤੌਰ ਤੇ ਮੰਨ ਲਓ ਬੰਦਗੀ ਸੰਗਤੀ ਦਾ ਦਿਨ ਆ, ਅਗਰ ਐਤਵਾਰ ਦੀ ਬੰਦਗੀ ਚੱਲ ਰਹੀ ਜਾਂ ਕਿਤੇ ਵੀ ਮੀਟਿੰਗ ਦਾ ਪ੍ਰੋਗਰਾਮ ਹੈ, ਇੱਕ ਵਿਸ਼ਵਾਸੀ ਭੈਣ ਨੂੰ ਆਲਰੇਡੀ ਕੋਈ ਕੰਮ ਅਸੀਂ ਸੌਂਪਿਆ, ਅਗਰ ਉਹਨੂੰ ਇੱਕ ਸੌਂਪੇ ਵਿੱਚ ਦੂਸਰਾ ਕਹਿ ਦਿੰਦੇ ਤੇ ਉਸੇ ਵਕਤ ਹੀ ਭੈਣ ਭਰਾ ਲਾਲ ਪੀਲੇ ਹੋ ਜਾਂਦੇ। ਕਾਰਨ ਕੀ ਆ? ਮੈਂ ਆਹ ਕਰਦਾ, ਉੱਤੇ ਮੈਨੂੰ ਦੂਸਰਾ ਕਹਿ ਦਿੱਤਾ। ਮੇਰੇ ਪਿਆਰੋ, ਵਿਅਕਤੀ ਇਨਸਾਨ ਭਾਵੇਂ ਸਾਨੂੰ ਨਹੀਂ ਦੇਖਦਾ, ਪਰ ਸਾਨੂੰ ਕੌਣ ਦੇਖਦਾ? ਇੱਕ ਅੱਖ ਸਾਨੂੰ ਦੇਖਦੀ ਪਈ। ਇਹਦੇ ਦਰਮਿਆਨ ਹੀ ਪਰਮੇਸ਼ਰ ਸਾਡੀ ਚੋਣ ਕਰਦਾ। ਇਹਦੇ ਦਰਮਿਆਨ ਹੀ ਪਰਮੇਸ਼ਰ ਸਾਨੂੰ, ਸਾਡੇ ਨਿੱਜੀ ਜੀਵਨਾਂ 'ਚੋਂ ਪਰਮੇਸ਼ਰ ਸਾਨੂੰ ਦੇਖਦਾ। ਅਸੀਂ ਬੰਦਗੀ 'ਚ ਆ ਕੇ ਬੈਠੇ, ਸੰਗਤੀ 'ਚ ਆ ਕੇ ਬੈਠੇ, ਇੱਧਰ ਨਹੀਂ। ਮੈਂ ਦੱਸਦਾ ਨਾ ਕਿ ਬੰਦਗੀ ਦੇ ਵਿੱਚ ਸੰਗਤੀ 'ਚ ਬੈਠੇ ਤੇ ਇੱਕ ਜਿਹੜਾ ਡਾਕੂ ਵੀ ਆ ਜਾਂ ਖਤਰਨਾਕ ਬੰਦਾ ਵੀ ਆ, ਉਹ ਵੀ ਭਗਤ ਬਣ ਜਾਂਦਾ। ਲੇਕਿਨ ਕੀ ਆ, ਬੰਦਗੀ ਸੰਗਤੀ ਤੋਂ ਬਾਅਦ ਜਦੋਂ ਅਸੀਂ ਆਪਣੇ ਨਿੱਜੀ ਜੀਵਨ ਦੇ ਵਿੱਚ ਆ, ਉਦੋਂ ਅਸੀਂ ਚੀਜ਼ ਕੀ ਆ? ਪਰਮੇਸ਼ਰ ਸਾਨੂੰ ਦੇਖਦਾ। ਇੱਥੇ ਅਸੀਂ ਇੱਕ ਦੂਸਰੇ ਨੂੰ ਦਿਖਾਉਣ ਲਈ ਬੜੇ ਵਧੀਆ ਬਣ ਜਾਂਦੇ, ਸੰਗਤੀਆਂ ਦੇ ਵਿੱਚ, ਮੀਟਿੰਗਾਂ ਦੇ ਵਿੱਚ, ਬੰਦਗੀਆਂ ਦੇ ਵਿੱਚ।
ਆਪਣੇ ਵਧੀਆ ਬੋਲ ਚਾਲ ਦਿਖਾਉਂਦੇ, ਉੱਠਣਾ ਬੈਠਣਾ ਦਿਖਾਉਂਦੇ, ਬੜਾ ਵਧੀਆ ਮਿਲਦੇ ਹਾਂ, ਲੇਕਿਨ ਪਰਸਨਲ ਜੀਵਨ 'ਚ ਅਸੀਂ ਕੀ ਹਾਂ? ਜਦੋਂ ਅਸੀਂ ਆਪਣੇ ਘਰਾਂ ਦੇ ਵਿੱਚ ਹਾਂ, ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਹਾਂ, ਅਸੀਂ ਕਿਤੇ ਸ਼ਹਿਰ ਬਾਜ਼ਾਰਾਂ ਦੇ ਵਿੱਚ ਜਾ ਰਹੇ ਹਾਂ, ਕਿਤੇ ਕਿਤੇ ਕੋਈ ਕੰਮ ਜਾ ਰਹੇ ਹਾਂ, ਜਦੋਂ ਕਿਸੇ ਰਿਸ਼ਤੇਦਾਰਾਂ 'ਚ ਬਹਿੰਦੇ ਹਾਂ, ਉਦੋਂ ਦਾ ਸਾਡਾ ਜੀਵਨ ਕੀ ਹੈ? ਸਾਨੂੰ ਕੌਣ ਦੇਖ ਰਿਹਾ? ਸਾਨੂੰ ਪਰਮੇਸ਼ਰ ਬੜੇ ਧਿਆਨ ਦੇ ਨਾਲ ਦੇਖਦਾ। ਸੋ ਦਾਊਦ ਬੜੇ ਆਰਾਮ ਨਾਲ ਖਿੱਝ ਸਕਦਾ, ਬੋਲ ਸਕਦਾ। ਅੱਜ ਬੜੇ ਭੈਣ ਭਰਾ ਖਿੱਝ ਜਾਂਦੇ, ਇੱਕ ਕੰਮ ਦਿੱਤਾ ਹੋਵੇ ਤੇ ਦੂਜੇ ਦੇ ਨਾਲ ਹੀ ਖਿੱਝ ਜਾਂਦੇ। ਇੱਕ ਬੰਦਗੀਆਂ ਦੇ ਵਿੱਚ ਵੀ ਚੱਲਦਾ, ਘਰਾਂ 'ਚ ਚੱਲ ਜਾਓ, ਅਗਰ ਘਰਾਂ ਦੇ ਵਿੱਚ ਵੀ ਚੱਲਦੇ ਇੱਕ ਕੰਮ ਜੇ ਕਿਸੇ ਨੂੰ ਕਿਹਾ ਜੋ ਉਹਦੇ ਦਰਮਿਆਨ ਨਹੀਂ, ਘਰ ਦਾ ਕੋਈ ਦੂਸਰਾ ਨੂੰ ਉੱਪਰ ਕੰਮ ਕਹਿ ਦੇਵੇ ਤੇ ਉਸੇ ਵੇਲੇ ਕੀ ਆ ਜਾਂਦਾ? ਗੁੱਸਾ ਆ ਜਾਂਦਾ। ਨੈਚੁਰਲ ਹੈ ਗੁੱਸਾ, ਸੁਭਾਵਿਕ ਹੈ ਗੁੱਸਾ ਆ ਜਾਣਾ, ਕਿਉਂਕਿ ਇੱਕ ਕਰ ਲਿਆ ਤੇ ਦੂਜੇ ਉੱਪਰ ਦੂਜਾ ਵੀ ਕਹਿ ਦਈਏ। ਲੇਕਿਨ ਜੇ ਇਹ ਸੋਚ ਲਓ ਕਿ ਮੈਂ ਇੱਕ ਕਰ ਰਿਹਾ ਦੂਜਾ ਹੀ ਮਿਲ ਜਾਵੇ, ਮੇਰਾ ਪ੍ਰਭੂ ਮੈਨੂੰ ਦੇਖਦਾ ਪਿਆ। ਦਾਊਦ ਨੂੰ ਵੀ ਅਸੀਂ ਦੇਖ ਰਹੇ ਹਾਂ, ਇੱਕ ਕੰਮ ਸੌਂਪਿਆ ਹੈ, ਦੂਜਾ ਬਾਪ ਨੇ ਕਹਿ ਦਿੱਤਾ ਉਹ ਵੀ ਕਰਨ ਜਾ ਰਿਹਾ। ਇੱਥੇ ਕੀ ਆ? ਦਾਊਦ ਦੇ ਕੁਛ ਭਰਾ ਹੋਰ ਵੀ ਹੈਗੇ, 3 ਫੌਜ ਦੇ ਵਿੱਚ, ਔਰ ਇੱਧਰ ਦਾਊਦ ਆ, ਕੁਛ ਭਰਾ ਘਰ ਵੀ ਬੈਠੇ। ਸੋ ਦਾਊਦ ਇੱਧਰ ਕਹਿ ਸਕਦਾ ਹੈ ਕਿ ਡੈਡੀ ਜੀ ਤੁਸੀਂ ਜਿਹੜੇ ਘਰ ਬੈਠੇ ਹੋ ਉਹਨਾਂ ਦਾ ਕੀ ਕਰਨਾ? ਉਹਨਾਂ ਨੂੰ ਕਿਉਂ ਨਹੀਂ ਕਹਿ ਰਹੇ? ਮੈਂ ਤਾਂ ਆਲਰੇਡੀ ਹੀ ਭੇਡਾਂ ਚਾਰਦਾ ਪਿਆ, ਮੈਨੂੰ ਆਲਰੇਡੀ ਤੁਸੀਂ ਇਹ ਕੰਮ ਸੌਂਪਿਆ ਹੋਇਆ, ਉਹ ਘਰ ਬੈਠੇ, ਤੁਸੀਂ ਉਹਨਾਂ ਨੂੰ ਕਹਿ ਦਿਓ। ਦਾਊਦ ਇੱਥੇ ਗਿਲਾ ਵੀ ਕਰ ਸਕਦਾ, ਦਾਊਦ ਇੱਥੇ ਆਪਣੇ ਬਾਪ ਨਾਲ ਗੁੱਸੇ ਵੀ ਹੋ ਸਕਦਾ, ਲੇਕਿਨ ਕੀ ਦੇਖ ਰਹੇ? ਜਰਾ ਵੀ ਕੋਈ ਗੱਲ ਨਹੀਂ। ਇੱਧਰ ਕੀ ਅਸੀਂ ਪੜ੍ਹਿਆ ਕਿ ਉਹਨੇ ਆਪਣੀਆਂ ਭੇਡ ਬੱਕਰੀਆਂ ਨੂੰ ਰਖਵਾਲੇ ਦੇ ਹੱਥ ਵਿੱਚ ਛੱਡ ਕੇ ਪਿਤਾ ਦੀ ਆਗਿਆ ਦੇ ਅਨੁਸਾਰ ਉਹ ਕੀ ਹੋ ਗਿਆ? ਉਹ ਚਲਾ ਗਿਆ। ਜੋ ਕੰਮ ਸੌਂਪਿਆ ਉਸ ਆਗਿਆ ਦੇ ਅਨੁਸਾਰ ਕੀ ਹੋ ਗਿਆ? ਉਹ ਤੁਰ ਪਿਆ। ਕੋਈ ਕਿੰਤੂ ਪ੍ਰਿੰਤੂ ਨਹੀਂ, ਕੋਈ ਗੱਲ ਨਹੀਂ ਕੀਤੀ। ਜਿਹੜੇ ਦੂਸਰੇ ਭਰਾ ਹੈ ਡੈਡੀ ਜੀ ਘਰ ਬੈਠੇ, ਉਹਨਾਂ ਨੂੰ ਕਹਿ ਦਿਓ। ਸਾਡੇ ਵਰਗੇ ਹੋਣ ਤੇ ਆਪਾਂ ਝੱਟ ਕਹਿ ਦੇਣਾ ਸੀਗਾ ਕਿ ਪ੍ਰਭੂ ਜੀ ਆਪਣਾ ਪ੍ਰਭੂ ਜੀ ਸਾਡੇ ਹੋਰ ਵੀ ਹੈਗੇ, ਉਹਨਾਂ ਨੂੰ ਕਹਿ ਦਿਓ। ਜੇ ਕਿਸੇ ਇਨਸਾਨ ਨੇ ਸਾਨੂੰ ਕੋਈ ਕੰਮ ਕਿਹਾ ਹੋਵੇ ਤਾਂ ਅਸੀਂ ਉਹਨੂੰ ਕਹਿਣਾ, ਉਹ ਵਿਹਲਾ ਖੜਾ ਉਹਨੂੰ ਕਹਿ ਦਿਓ। ਉਹਨੂੰ ਕਿਉਂ ਨਹੀਂ ਕਹਿ ਰਹੇ? ਮੈਨੂੰ ਹੀ ਕਿਉਂ ਕਹਿ ਰਹੇ? ਅਗਰ ਮੈਨੂੰ ਹੀ ਕਹਿ ਰਹੇ, ਇਹਦਾ ਮਤਲਬ ਮੇਰੇ ਜੀਵਨ 'ਚ ਉਹਦੀ ਕੁਛ ਯੋਜਨਾ, ਕੁਛ ਇੱਛਾ, ਕੁਛ ਪਲਾਨ ਆ। ਇਸ ਕਰਕੇ ਇਨਸਾਨ ਬੇਸ਼ੱਕ ਸਾਨੂੰ ਨਾ ਦੇਖੇ, ਲੇਕਿਨ ਸਾਡਾ ਪ੍ਰਭੂ ਸਾਨੂੰ ਕੀ ਕਰ ਰਿਹਾ? ਦੇਖ ਰਿਹਾ। ਸੋ ਇੱਧਰ ਕੀ ਆ? ਬਾਪ ਦੀ ਆਗਿਆ ਦੇ ਅਨੁਸਾਰ ਉਹ ਕੀ ਹੋ ਗਿਆ? ਚਲਾ ਗਿਆ। ਖਾਸ ਗੱਲ ਕੀ ਦੇਖ ਰਹੇ? ਆਪਣੀਆਂ ਭੇਡ ਬੱਕਰੀਆਂ ਨੂੰ ਕਿਸੇ ਰਖਵਾਲੇ ਦੇ ਹੱਥ ਦੇ ਵਿੱਚ ਛੱਡ ਕੇ ਗਿਆ। ਇੱਧਰ ਅਸੀਂ ਕੀ ਦੇਖ ਰਹੇ ਹਾਂ? ਦਾਊਦ ਚਾਹੁੰਦਾ ਤੇ ਗੁੱਸੇ ਦੇ ਵਿੱਚ ਵਿਸ ਘੋਲ ਸਕਦਾ ਸੀ। ਉਹ ਕਿਸ ਪ੍ਰਕਾਰ? ਉਹ ਆਪਣੀਆਂ ਭੇਡਾਂ ਨੂੰ ਇੱਧਰ ਛੱਡ ਕੇ ਜਾ ਸਕਦਾ ਸੀਗਾ, ਖੁੱਲ੍ਹਾ ਛੱਡ ਜਾਂਦਾ। ਬਾਅਦ ਵਿੱਚ ਜਦੋਂ ਕੋਈ ਜਾਨਵਰ ਚੱਕ ਕੇ ਲੈ ਜਾਂਦਾ ਜਾਂ ਕੋਈ ਉੱਦਾਂ ਕਿਤੇ ਗੁੰਮ ਜਾਂਦੀਆਂ, ਫਿਰ ਆਪਣੇ ਬਾਪ ਨੂੰ ਕਹਿ ਦਿੰਦਾ ਕਿ ਡੈਡੀ ਜੀ ਮੈਂ ਕਿੱਧਰ ਜਾਵਾਂ? ਤੁਸੀਂ ਤਾਂ ਮੈਨੂੰ ਭਰਾਵਾਂ ਦਾ ਹਾਲ ਚਾਲ ਪੁੱਛਣ ਲਈ ਭੇਜ ਦਿੱਤਾ ਸੀਗਾ, ਪਿੱਛੇ ਹੁਣ ਭੇਡਾਂ ਦਾ ਮੈਂ ਕੀ ਕਰਨਾ ਸੀਗਾ? ਜਾਂ ਮੈਂ ਤਾਂ ਇੱਕ ਹੀ ਕੰਮ ਕਰ ਸਕਦਾ ਸੀ, ਜਾਂ ਭੇਡਾਂ ਚਰਵਾ ਲਓ ਅਤੇ ਜਾਂ ਭਰਾਵਾਂ ਦਾ ਹਾਲ ਚਾਲ ਪੁੱਛਵਾ ਲਓ। ਗੁੱਸੇ 'ਚ ਕਰ ਸਕਦਾ ਸੀ, ਲੇਕਿਨ ਕੀ ਦੇਖ ਰਹੇ ਹਾਂ? ਦਾਊਦ ਆਪਣੀਆਂ ਭੇਡਾਂ ਨੂੰ ਕਿਸੇ ਦੇ ਹੱਥ 'ਚ ਸੌਂਪ ਕੇ, ਜੋ ਮਿਲੀ ਜ਼ਿੰਮੇਵਾਰੀ ਆ, ਪਹਿਲੀ ਜ਼ਿੰਮੇਦਾਰੀ, ਉਹਦੇ ਪ੍ਰਤੀ ਕਿੰਨਾ ਵਫਾਦਾਰ, ਔਰ ਦੂਸਰੀ ਜ਼ਿੰਮੇਦਾਰੀ ਨਿਭਾਉਣ ਲਈ ਵੀ ਕੀ ਆ? ਉਹ ਜਾ ਰਿਹਾ ਆਪਣੇ ਬਾਪ ਦੀ ਆਗਿਆ ਦੇ ਅਨੁਸਾਰ। ਸੋ ਮੇਰੇ ਪਿਆਰੋ, ਉਹਨੂੰ ਕਿਸੇ ਨੇ ਕਿਹਾ ਨਹੀਂ ਆ, ਬਾਪ ਨੇ ਵੀ ਨਹੀਂ ਕਿਹਾ ਕਿ ਭੇਡਾਂ ਰਖਵਾਲੇ ਦੇ ਹੱਥ 'ਚ ਛੱਡ ਜਾ। ਸੋਚ, ਆਪਣੀ ਸਮਝ ਆ। ਜਦੋਂ ਅਸੀਂ ਆਪਣਾ ਜੀਵਨ ਪ੍ਰਭੂ ਨੂੰ ਸੌਂਪਿਆ, ਉਹਦੇ ਚਰਨਾਂ 'ਚ ਸਮਾਂ ਗੁਜ਼ਾਰਦੇ, ਪ੍ਰਭੂ ਦੇ ਨਾਲ ਜੁੜੇ ਰਹਿੰਦੇ ਆ, ਉਹ ਸਾਨੂੰ ਸਮਝ ਔਰ ਗਿਆਨ ਵੀ ਦਿੰਦਾ, ਉਹ ਸਾਨੂੰ ਬਹੁਤਾਇਤ ਦੇ ਨਾਲ ਸਮਝ ਦਿੰਦਾ। ਅੱਜ ਬੜਿਆਂ ਨੂੰ ਕੀ ਦੇਖਦੇ ਆ? ਸਮਝ ਨਹੀਂ ਹੁੰਦੀ, ਸਮਝ ਹੀ ਹੈ ਨਹੀਂ। ਕਿੰਨਾ ਸਮਾਂ ਪ੍ਰਭੂ ਦੇ ਵਿੱਚ ਹੋ ਗਿਆ, ਕਿੰਨਾ ਸਮਾਂ ਸੰਗਤੀਆਂ ਬੰਦੀਆਂ ਨੂੰ ਕਰਦੇ, ਪਰ ਸਮਝ ਨਹੀਂ ਹੈਗੀ। ਕਿਉਂ? ਕਿਉਂਕਿ ਉਹ ਜ਼ਿਆਦਾ ਸਮੇਂ ਸੰਸਾਰ 'ਚ ਗੁਜ਼ਾਰਦੇ, ਪ੍ਰਭੂ ਦੇ ਚਰਨਾਂ 'ਚ ਨਹੀਂ ਗੁਜ਼ਾਰਦੇ। ਸਮਝ ਆ ਜਾਂਦਾ ਇਹ ਕਿਹਨੂੰ ਸਮਾਂ ਦੇ ਰਹੇ। ਇਸ ਲਈ ਪ੍ਰਭੂ ਦੇ ਚਰਨਾਂ 'ਚ ਗੁਜ਼ਾਰੋਗੇ, ਸੰਬੰਧ ਮਜ਼ਬੂਤ ਹੋਊਗਾ, ਉਹ ਸਾਨੂੰ ਸਮਝ ਔਰ ਗਿਆਨ ਵੀ ਦੇਊਗਾ। ਜ਼ਿੰਮੇਦਾਰੀ ਮਿਲੀ ਨੂੰ ਕਿਸੇ ਦੇ ਹੱਥ 'ਚ ਰੱਖਿਆ, ਔਰ ਕੀ ਹੋ ਗਿਆ? ਬਾਪ ਦੀ ਆਗਿਆ ਦੇ ਅਨੁਸਾਰ ਚਲਾ ਗਿਆ। ਹੁਣ ਸਾਨੂੰ ਵੀ ਜਿਸ ਵੀ ਹਾਲ ਦੇ ਵਿੱਚ ਰੱਖਿਆ ਹੋਇਆ, ਅਸੀਂ ਕਿੰਨੇ ਵਫਾਦਾਰ ਹਾਂ? ਸਾਨੂੰ ਜਿਸ ਵੀ ਹਾਲ 'ਚ ਰੱਖਿਆ ਪ੍ਰਭੂ ਨੇ, ਅਸੀਂ ਕਿੰਨੇ ਵਫਾਦਾਰ ਹਾਂ? ਦਾਊਦ ਆਪਣੀਆਂ ਭੇਡਾਂ ਨੂੰ ਕਿਸੇ ਦੇ ਹੱਥ ਦੇ ਵਿੱਚ ਸੌਂਪ ਕੇ ਜਾ ਰਿਹਾ, ਛੱਡ ਕੇ ਨਹੀਂ ਜਾ ਰਿਹਾ। ਆਪਾਂ ਦੇਖ ਰਹੇ ਨਾ, ਛੱਡਿਆ ਨਹੀਂ ਆ। ਸਾਡੇ ਵਰਗਾ ਹੁੰਦਾ ਤੇ ਅਸੀਂ ਕੀ ਕਰ ਦੇਣਾ ਸੀਗਾ? ਅਸੀਂ ਛੱਡ ਕੇ ਚੱਲ ਜਾਣਾ ਹੈ ਗੁੱਸੇ ਵੀ, ਕੋਈ ਨਹੀਂ ਉਹ ਕੰਮ ਕਰ ਲਓ, ਇੱਕ ਹੀ ਕਰਾ ਲਓ, ਜਾਂ ਕਰਾ ਲਓ ਤੇ ਜਾਂ ਭਰਾਵਾਂ ਦਾ ਹਾਲ ਚਾਲ ਪੁੱਛਵਾ ਲਓ। ਪਰਮੇਸ਼ਰ ਦੇਖ ਰਿਹਾ ਸਾਨੂੰ। ਇਹ ਸਾਡੇ ਨਿੱਜੀ ਜੀਵਨਾਂ 'ਚ ਵੀ ਚੱਲਦਾ। ਜਦੋਂ ਆਤਮਿਕ ਤੌਰ 'ਤੇ ਸੰਗਤੀਆਂ ਮੀਟਿੰਗਾਂ 'ਚ ਹੁੰਦੇ, ਉੱਥੇ ਵੀ ਸਾਡੇ ਕੋਲ ਇਹ ਗਲਤੀਆਂ ਹੁੰਦੀਆਂ। ਅਸੀਂ ਧਿਆਨ ਰੱਖਣਾ, ਅਸੀਂ ਕਰ ਕੀ ਰਹੇ ਹਾਂ? ਇੱਕ ਅੱਖ ਸਾਨੂੰ ਬੜੇ ਧਿਆਨ ਦੇ ਨਾਲ ਦੇਖਦੀ ਪਈ ਆ। ਜਿੱਥੇ ਵੀ ਸਾਨੂੰ ਪਰਮੇਸ਼ਰ ਨੇ ਰੱਖਿਆ, ਅਸੀਂ ਕਿੰਨੇ ਵਫਾਦਾਰ ਆ, ਉਹ ਸਾਨੂੰ ਦੇਖਦਾ। ਕਿੰਨੇ ਜ਼ਿੰਮੇਵਾਰ ਆ। ਅਗਰ ਅਸੀਂ ਜ਼ਿੰਮੇਵਾਰ ਨਹੀਂ ਆ,
ਜੇ ਜ਼ਿੰਮੇਦਾਰ ਨਹੀਂ ਆ, ਜ਼ਿੰਮੇਵਾਰੀ ਨੂੰ ਨਹੀਂ ਸਮਝਦੇ, ਤਾਂ ਪਰਮੇਸ਼ਰ ਸਾਡੇ ਜੀਵਨ ਦੇ ਵਿੱਚ ਮੇਰੇ ਪਿਆਰੋ ਕਿੱਦਾਂ ਕੰਮ ਕਰੂਗਾ। ਅੱਜ ਇਹ ਕਹਿੰਦੇ ਪ੍ਰਭੂ ਸਾਡੇ ਜੀਵਨ 'ਚ ਕੰਮ ਨਹੀਂ ਕਰਦਾ, ਕਰੇ ਕਿੱਦਾਂ? ਅਸੀਂ ਪਹਿਲਾਂ ਜ਼ਿੰਮੇਵਾਰ ਹੋਣਾ, ਜੋ ਕੰਮ ਮਿਲੇ ਉਹ 'ਚ ਵਫਾਦਾਰ ਹੋਣਾ। ਅੱਜ ਕਿੰਨੀਆਂ ਜ਼ਿੰਮੇਦਾਰੀਆਂ ਸਾਨੂੰ ਮਿਲਦੀਆਂ, ਚਾਹੇ ਸੰਗਤੀਆਂ ਮੀਟਿੰਗਾਂ ਦੇ ਵਿੱਚ ਹੋਣ, ਚਾਹੇ ਸਾਡੇ ਘਰਾਂ ਦੇ ਵਿੱਚ ਹੋਣ, ਅਸੀਂ ਉਹਨਾਂ 'ਚ ਕਿੰਨੇ ਵਫਾਦਾਰ? ਆਪਣੇ ਆਪ ਨੂੰ ਜਾਂਚੋ। ਅਗਰ ਵਫਾਦਾਰ ਨਹੀਂ ਆ, ਅਗਰ ਜ਼ਿੰਮੇਦਾਰ ਨਹੀਂ ਆ, ਤਾਂ ਫਿਰ ਮੇਰੇ ਪਿਆਰੋ ਇਹ ਆਸ ਨਾ ਰੱਖਿਓ ਕਿ ਪ੍ਰਭੂ ਸਾਡੇ ਜੀਵਨ 'ਚ ਕੰਮ ਕਰੂਗਾ। ਸੋ ਕੀ ਸਮਝ ਆ ਰਿਹਾ? ਅਗਰ ਚਾਹੁੰਦੇ ਆ ਕਿ ਪਰਮੇਸ਼ਰ ਸਾਡੇ ਜੀਵਨ 'ਚ ਕੰਮ ਕਰੇ, ਤਾਂ ਫਿਰ ਆਪਣੇ ਜੀਵਨਾਂ ਦੇ ਵਿੱਚ ਕੀ ਰਹੋ? ਜ਼ਿੰਮੇਦਾਰ ਰਹੋ, ਵਫਾਦਾਰ ਰਹੋ। ਫਿਰ ਉਹ ਸਾਡੇ ਜੀਵਨ 'ਚ ਕੀ ਕਰੇਗਾ? ਕੰਮ ਕਰੂਗਾ। ਇਸ ਲਈ ਅਸੀਂ ਗੋਲੀਅਤ ਦੇਖ ਕੇ ਭੱਜ ਜਾਂਦੇ ਹਾਂ। ਕਿਉਂ? ਸਾਡੇ ਜੀਵਨ ਜਦੋਂ ਹਾਲਾਤ ਹੁੰਦੇ, ਫਿਰ ਇਸ ਲਈ ਹਾਲਾਤ ਦੇਖ ਕੇ ਅਸੀਂ ਨਿਰਾਸ਼ ਹੋ ਕੇ ਬਹਿ ਜਾਂਦੇ। ਇਸ ਲਈ ਦੁੱਖ ਪਰੇਸ਼ਾਨੀ ਮੁਸੀਬਤ ਹੁੰਦੀ ਤੇ ਅਸੀਂ ਢਿੱਲੇ ਹੋ ਕੇ ਬਹਿ ਜਾਂਦੇ। ਕਿਉਂ? ਕਿਉਂਕਿ ਅਸੀਂ ਨਾ ਪਰਮੇਸ਼ਰ ਦੇ ਪ੍ਰਤੀ ਵਫਾਦਾਰ, ਨਾ ਆਪਣੇ ਨਿੱਜੀ ਜੀਵਨ ਦੇ ਵਿੱਚ ਆਪਣੇ ਪਰਿਵਾਰਾਂ ਦੇ ਪ੍ਰਤੀ ਵਫਾਦਾਰ। ਇਸ ਲਈ ਜਦੋਂ ਹਾਲਾਤ ਹੁੰਦੇ ਫਿਰ ਨਿਰਾਸ਼ ਹੁੰਦੇ, ਹਤਾਸ਼ ਹੁੰਦੇ ਹਾਂ, ਢਿੱਲੇ ਹੋ ਕੇ ਬਹਿ ਜਾਂਦੇ, ਦੁਖੀ ਹੋ ਜਾਂਦੇ। ਫਿਰ ਦੁਆ ਪ੍ਰਾਰਥਨਾ ਵੀ ਘਟ ਜਾਂਦੀ, ਜਿਹੜੀ ਥੋੜ੍ਹੀ ਬਹੁਤੀ ਅਸੀਂ ਕਰਦੇ। ਫਿਰ ਵਚਨ ਪੜ੍ਹਨਾ ਵੀ ਸਾਡਾ ਘਟ ਜਾਂਦਾ। ਫਿਰ ਸੰਗਤੀ 'ਚ ਉਹਨੂੰ ਵੀ ਕੀ ਨਹੀਂ ਕਰਦਾ, ਸਾਡਾ ਮਨ ਨਹੀਂ ਕਰਦਾ। ਫਿਰ ਸਵਾਲ ਆ ਜਾਂਦਾ, ਅਸੀਂ ਬੰਦਗੀ ਵੀ ਕਰਦੇ, ਅਸੀਂ ਪ੍ਰਾਰਥਨਾ ਵੀ ਕਰਦੇ। ਕਿਉਂ? ਮੇਰੇ ਪਿਆਰੋ, ਇਕੱਲਾ ਬੰਦਗੀ, ਪ੍ਰਾਰਥਨਾ, ਸੰਗਤੀ, ਵਚਨ ਪੜ੍ਹਨ ਨਾਲ ਕੁਛ ਨਹੀਂ ਹੋਣਾ। ਅਸੀਂ ਆਪਣੇ ਜੀਵਨਾਂ 'ਚ ਕਿੰਨੇ ਵਫਾਦਾਰ ਹਾਂ, ਜੋ ਕੰਮ ਸਾਨੂੰ ਮਿਲੇ ਅਸੀਂ ਉਹ 'ਚ ਕਿੰਨੇ ਜ਼ਿੰਮੇਵਾਰ ਹਾਂ, ਇਹ ਜ਼ਰੂਰੀ ਆ। ਅਗਰ ਜ਼ਿੰਮੇਦਾਰ ਆ, ਵਫਾਦਾਰ ਆ, ਪਰਮੇਸ਼ਰ ਜ਼ਰੂਰ ਸਾਡੇ ਜੀਵਨ 'ਚ ਕੰਮ ਕਰੂਗਾ। ਗੋਲੀਅਤ ਆਊਗਾ ਜਾਂ ਦੁੱਖ ਪਰੇਸ਼ਾਨੀ ਮੁਸੀਬਤ ਆਊਗੀ, ਸਾਹਮਣਾ ਕਰਨ ਦੀ ਦਲੇਰੀ ਆਊਗੀ। ਅਗਰ ਜ਼ਿੰਮੇਦਾਰ ਨਹੀਂ ਆ, ਤਾਂ ਫਿਰ ਜਦੋਂ ਦੁੱਖ ਆਊਗਾ, ਦਲੇਰੀ ਵੀ ਨਹੀਂ ਆਊਗੀ ਸਾਡੇ ਅੱਗੇ, ਫਿਰ ਅਸੀਂ ਨਿਰਾਸ਼ ਹੋਵਾਂਗੇ। ਇਸ ਲਈ ਮੇਰੇ ਪਿਆਰੋ, ਅਸੀਂ ਆਪਣੇ ਜੀਵਨਾਂ ਨੂੰ ਜਾਂਚਣਾ। ਜਦੋਂ ਦੁੱਖ ਪਰੇਸ਼ਾਨੀ ਮੁਸੀਬਤ ਹੁੰਦੀ, ਸੋਚ ਕੀ? ਅਗਰ ਨਿਰਾਸ਼ ਹੁੰਦੇ ਆ, ਦੁਖੀ ਹੁੰਦੇ, ਆਪਣੇ ਜੀਵਨ 'ਤੇ ਧਿਆਨ ਕਰੋ। ਆਪਣੇ ਜੀਵਨ ਦੇ ਪ੍ਰਤੀ ਵਫਾਦਾਰ ਹੋਵੋ, ਜ਼ਿੰਮੇਦਾਰ ਹੋਵੋ। ਜੋ ਸੌਂਪਿਆ ਗਿਆ ਉਹ 'ਚ ਵਫਾਦਾਰ। ਵਚਨ 'ਚ ਲਿਖਿਆ ਕਿ ਜਿਹੜਾ ਥੋੜ੍ਹੇ 'ਚ ਵਫਾਦਾਰ ਆ, ਉਹਨੂੰ ਬਹੁਤੇ 'ਤੇ ਮੈਂ ਅਧਿਕਾਰੀ ਬਣਾ ਦਿੰਦਾ। ਹਾਲੇਲੂਇਆ। ਸੋ ਮੇਰੇ ਪਿਆਰੋ, ਆਈਏ, ਅੱਜ ਲਈ ਇੰਨਾ ਬਹੁਤ ਆ। ਸੋ ਮੇਰੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਕਿ ਮਿਲੇ ਟਾਈਮ ਦੇ ਵਿੱਚ ਵਿਸ਼ੇ ਨੂੰ ਖ਼ਤਮ ਨਹੀਂ ਕਰਨਾ, ਓਨਾ ਹੀ ਬੋਲਣਾ ਜਿੰਨਾ ਕੁ ਸਮਝ ਆ ਸਕੇ। ਸੋ ਥੋੜ੍ਹਾ ਥੋੜ੍ਹਾ ਕਰਕੇ, ਸਟੈਪ ਬਾਏ ਸਟੈਪ ਅਸੀਂ ਇਸ ਵਚਨ ਨੂੰ ਅੱਗੇ ਤੋਂ ਅੱਗੇ ਹੋਰ ਸਿੱਖਦੇ ਜਾਵਾਂਗੇ। ਅੱਜ ਲਈ ਇੰਨਾ ਬਹੁਤ ਆ। ਆਈਏ ਪ੍ਰਾਰਥਨਾ ਕਰਦੇ। ਸਰਵਸ਼ਕਤੀਮਾਨ ਪਿਤਾ, ਧੰਨਵਾਦ ਕਰਦੇ ਹਾਂ ਪ੍ਰਭੂ ਜੀ, ਤੁਸੀਂ ਸਾਡੀ ਅਗਵਾਈ ਕੀਤੀ ਆ, ਆਪਣੇ ਵਚਨਾਂ ਦੁਆਰਾ ਸਾਡੇ ਨਾਲ ਬੋਲੇ ਆ। ਪ੍ਰਭੂ, ਜੋ ਤੁਹਾਡੀ ਇੱਛਾ ਆ, ਤੁਹਾਡੀ ਯੋਜਨਾ ਆ, ਉਸ ਨੂੰ ਸਾਡੇ ਜੀਵਨਾਂ 'ਚ ਪ੍ਰਗਟ ਕਰੋ। ਸਾਨੂੰ ਬਲ ਦਿਓ ਪਿਤਾ ਜੀ, ਖੁਦਾਵੰਦ, ਤਾਂ ਜੋ ਅਸੀਂ ਤੁਹਾਡੇ ਵਚਨਾਂ ਦੇ ਅਨੁਸਾਰ ਚੱਲ ਸਕੀਏ, ਤੇਰੀ ਇੱਛਾ ਨੂੰ ਜਾਣ ਸਕੀਏ, ਸਮਝ ਸਕੀਏ। ਔਰ ਪ੍ਰਭੂ ਜੀ, ਜਿੰਨਿਆਂ ਤੱਕ ਤੇਰੀ ਆਵਾਜ਼ ਜਾਵੇ, ਤੁਸੀਂ ਗੱਲਬਾਤ ਕਰੋ, ਤਸੱਲੀ, ਹੌਸਲਾ, ਬਲ ਦਿਓ, ਔਰ ਤੁਹਾਡਾ ਨਾਮ ਮਹਿਮਾ ਪਾਏ। ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ, ਆਮੀਨ, ਆਮੀਨ।